ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਰਜੀਵ ਭਾਸਕਰ। ਭਾਸਕਰ ਸਾਹਿਬ ਵੈਲਕਮ। ਬਹੁਤ ਬਹੁਤ ਸ਼ੁਕਰੀਆ ਰੰਧਾਵਾ ਜੀ। ਭਾਸਕਰ ਸਾਹਿਬ, ਭਾਵੇਂ ਕੱਲ ਪ੍ਰਧਾਨ ਮੰਤਰੀ ਦੀ ਗੇੜੀ ਦੌਰਾਨ ਵਾਪਰੀਆਂ ਘਟਨਾਵਾਂ ਨੂੰ 24 ਘੰਟੇ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ, ਲੇਕਿਨ ਹੁਣ ਵੀ ਬੱਚੇ ਦੀ ਜ਼ਬਾਨ ਤੇ ਇਹੀ ਚਰਚਾ ਹੈ ਕਿ ਇਹ ਕਿਉਂ ਵਾਪਰਿਆ ਜਾਂ ਇਹ ਹੋਣਾ ਚਾਹੀਦਾ ਸੀ ਜਾਂ ਨਹੀਂ। ਅੱਜ ਸਾਰਾ ਦਿਨ ਮੇਰਾ ਯਤਨ ਰਿਹਾ ਕਿ ਅਸੀਂ ਉਹ ਚੀਜ਼ਾਂ ਲੱਭ ਕੇ ਲਿਆਈਏ ਜਿਨ੍ਹਾਂ ਤੋਂ ਅਸੀਂ ਵਾਂਝੇ ਰਹੇ ਕਿ ਪ੍ਰਧਾਨ ਮੰਤਰੀ ਪੰਜਾਬ ਦੀ ਇਸ ਗੇੜੀ ਦੌਰਾਨ, ਇਸ ਫੇਰੀ ਦੌਰਾਨ ਕਿਹੜੇ ਐਲਾਨ ਕਰਨ ਵਾਲੇ ਸੀ। ਹਾਲਾਂਕਿ ਜਦੋਂ ਤੋਂ ਇਹ ਪ੍ਰਸਤਾਵਿਤ ਰੈਲੀ ਦਾ ਚਰਚਾ ਸ਼ੁਰੂ ਹੋਇਆ ਸੀਗਾ, ਉਸੇ ਵੇਲੇ ਤੋਂ ਅਸੀਂ ਯਤਨ ਕਰਦੇ ਰਹੇ ਕਿ ਸਾਡੇ ਕੋਲ ਕੁਝ ਇਸ ਤਰ੍ਹਾਂ ਦੇ ਇਨਫੋਰਮੇਸ਼ਨ ਹੋਵੇ ਜਿੱਥੋਂ ਸਾਨੂੰ ਅੰਦਾਜ਼ਾ ਹੋਵੇ ਕਿ ਆਖਰ ਪ੍ਰਧਾਨ ਮੰਤਰੀ ਇਸ ਦਿਨ ਪੰਜਾਬ ਲਈ ਆਪਣੇ ਪੈਕੇਜ ਦੇ ਵਿੱਚ ਕੀ ਰੱਖਦੇ ਆ, ਪਟਾਰੇ ਦੇ ਵਿੱਚ ਉਹਨਾਂ ਦੇ ਕੀ ਹੈ। ਅਸੀਂ ਸਫਲ ਨਹੀਂ ਸੀ ਹੋਏ ਕਿਉਂਕਿ ਉਹਨਾਂ ਨੇ ਸਟ੍ਰਿਕਟਲੀ ਇਹਨੂੰ ਗੁਪਤ ਰੱਖਿਆ ਸੀ, ਲੇਕਿਨ ਅੱਜ ਲਗਾਤਾਰ ਯਤਨ ਕਰਨ ਤੋਂ ਬਾਅਦ, ਕਿਉਂਕਿ ਇਸ ਸਾਰੀ ਕਾਰਵਾਈ ਦੌਰਾਨ ਕੁਝ ਸਿੱਖ ਇੰਟੈਲੈਕਚੁਅਲਸ, ਕੁਝ ਵੱਡੇ ਆਲਾ ਅਧਿਕਾਰੀ ਤੇ ਕੁਝ ਪੋਲੀਟੀਸ਼ੀਅਨ ਸ਼ਾਮਲ ਸੀਗੇ ਜਿਨ੍ਹਾਂ ਨੇ ਇਹਨੂੰ ਘੜਿਆ ਸੀ ਔਰ ਇਹਨੂੰ ਵਿਉਂਤਿਆ ਸੀ ਕਿ ਉਸ ਦਿਨ ਪ੍ਰਧਾਨ ਮੰਤਰੀ ਕੀ ਕਹਿਣਗੇ। ਮੈਂ ਸਫਲ ਹੋਇਆ। ਇਹਦੀ ਇੱਕ ਲਿਸਟ ਸਾਡੇ ਕੋਲ ਪਹੁੰਚੀ ਜਾਂ ਮੈਂ ਇਹਨੂੰ ਕੱਢਣ ਦੇ ਵਿੱਚ ਕਾਮਯਾਬ ਰਿਹਾ ਤੁਹਾਡੇ ਸਹਿਯੋਗ ਨਾਲ ਕਿ ਅਸੀਂ ਕੀ ਗਵਾਇਆ, ਪ੍ਰਧਾਨ ਮੰਤਰੀ ਕੀ ਕੁਝ ਕਹਿਣ ਵਾਲੇ ਸੀ, ਇਹਦੇ ਉੱਤੇ ਗੱਲ ਕਰਾਂਗੇ। ਉਸ ਤੋਂ ਪਹਿਲਾਂ ਮੈਂ ਇਹ ਜ਼ਰੂਰ ਦੱਸ ਦਿਆਂ, ਤੁਹਾਡੇ ਕੋਲ ਜਾਣਾ ਹੈ ਮੈਂ, ਕਿਉਂਕਿ ਪੂਰੇ ਦਿਨ 'ਚ 24 ਘੰਟਿਆਂ 'ਚ ਪ੍ਰਤੀਕਰਮ ਕਿਹੋ ਜਿਹੇ ਆਏ ਮੁੱਢਲੇ ਰੂਪ 'ਚ, ਜਿਹੜੇ ਕ੍ਰਿਟਿਕਸ ਦੇ ਨਜ਼ਰੀਏ ਤੋਂ ਆ ਉਹ ਜ਼ਰੂਰ ਲੈਣੇ ਆ। ਔਰ ਹੁਣ ਜੋ ਨਿੱਤਰ ਕੇ ਸਾਹਮਣੇ ਆ ਰਹੀ ਮੁੱਢਲੀ ਜਾਂਚ ਤੋਂ ਬਾਅਦ ਜਾਂ ਮੁੱਢਲੇ ਜਿੰਨੇ ਵੀ ਘਟਨਾਕ੍ਰਮ ਆ ਉਹਨਾਂ ਨੂੰ ਜੋੜ ਕੇ ਤੰਦ ਤੋਂ ਤੰਦ ਕੀ ਬਣਿਆ, ਉੱਤੇ ਆਉਣ ਤੋਂ ਪਹਿਲਾਂ ਮੈਂ ਇਹ ਜ਼ਰੂਰ ਕਹਿ ਦਿਆਂ ਕਿ ਇਹ ਪੈਕੇਜ ਜਿਹਦੇ ਵਿੱਚ 42,000 ਕਰੋੜ ਦੀ ਅਨਾਉਂਸਮੈਂਟ ਹੋ ਚੁੱਕੀ ਸੀ ਇਸ਼ਤਿਹਾਰ ਦੇ ਰੂਪ 'ਚ, ਲਗਭਗ 2 ਲੱਖ ਕਰੋੜ ਦਾ ਸੀ। ਜੋ ਛਣ ਕੇ ਜਾਣਕਾਰੀ ਕੱਢੀ ਹੈ ਮੈਂ, ਉਹਦੇ ਵਿੱਚ ਇਹ ਲਗਭਗ ਅੰਕੜਾ 2 ਲੱਖ ਨੂੰ ਟੱਚ ਕਰਦਾ ਹੈ। ਤੇ ਜੇ ਮੈਂ ਮੁੱਢਲੇ ਤੌਰ ਤੇ ਇਹ ਕਹਿ ਦਿਆਂ ਕਿ ਇਹਦੇ ਵਿੱਚ 25,000 ਕਰੋੜ ਦਾ ਉਹ ਕਰਜ਼ ਵਿਆਜ ਦੇ ਰੂਪ ਦੇ ਵਿੱਚ ਸ਼ਾਮਲ ਸੀ, ਜਿਹੜਾ ਖਾੜਕੂਵਾਦ ਵੇਲੇ, ਟੈਰਰਿਜ਼ਮ ਵੇਲੇ ਪੰਜਾਬ ਸਿਰ ਚੜਿਆ ਸੀ, ਉਹ ਯਕਮੁਸ਼ਤ ਮਾਫ ਕੀਤਾ ਜਾਣਾ ਸੀ, ਅਨਾਉਂਸਮੈਂਟ ਹੋਣੀ ਸੀ। ਕੁਝ 3 ਕੁ ਦੇ ਕਰੀਬ ਸਿੱਖ ਬੰਦੀਆਂ ਦੀ ਰਿਹਾਈ ਦਾ ਮਾਮਲਾ ਸੀ, ਮੈਂ ਰਿਵੀਲ ਨਹੀਂ ਕਰ ਰਿਹਾ ਕਿ ਨਾਂ ਕਿਹੜੇ ਸੀਗੇ। ਇਹਦੇ ਨਾਲ ਨਾਲ ਜਿਹੜੀ ਪੰਜਾਬ ਦੀ ਆਰਮੀ 'ਚ ਭਰਤੀ ਆ, ਉਹਦਾ ਕੋਟਾ ਫਿਕਸ ਕਰਨ ਦੀ ਗੱਲ ਸੀਗੀ ਤੇ ਆਨੰਦਪੁਰ ਸਾਹਿਬ ਨੂੰ ਹੋਲੀ ਸਿਟੀ ਪਲੱਸ ਨਾਲ ਇੱਕ ਪੈਕੇਜ, ਜਿਹੜਾ ਪੈਕੇਜ ਸੀਗਾ ਉਹਦੇ ਲਈ ਡਿਵੈਲਪਮੈਂਟ ਲਈ, ਉਹ ਸੀਗਾ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਨਾਲ ਇੱਕ ਮਿਊਜ਼ੀਅਮ ਦਾ ਜ਼ਿਕਰ ਸੀ। ਲੇਕਿਨ ਇਸ ਤੋਂ ਵੱਡੀਆਂ ਅਨਾਉਂਸਮੈਂਟ ਜਿਹੜੀਆਂ ਲਗਭਗ 15 ਦੇ ਕਰੀਬ ਹੈ, ਉਹ ਬਹੁਤ ਅਹਿਮ ਆ। ਜਿਹੜੀਆਂ ਮੈਂ ਗੱਲਾਂ ਕਹੀਆਂ ਇਹ ਬੁਨਿਆਦੀ ਤੌਰ ਤੇ ਮਾਨਸਿਕਤਾ ਨਾਲ ਜੁੜੀਆਂ ਨੇ, ਲੇਕਿਨ ਪੰਜਾਬ ਦੀ ਡਿਵੈਲਪਮੈਂਟ ਦੇ ਨਜ਼ਰੀਏ ਤੋਂ ਕਾਫੀ ਕੁਝ ਐਸਾ ਹੈ, ਤੁਸੀਂ ਵੀ ਹੈਰਾਨ ਹੋਵੋਗੇ ਸੁਣ ਕੇ ਦੋਸਤੋ। ਇਸ ਤੋਂ ਪਹਿਲਾਂ ਕਿ ਮੈਂ ਉਹ ਸਾਰਿਆਂ ਦਾ ਖੁਲਾਸਾ 1 ਬਾਈ 1 ਕਰਾਂ, ਜਿਹਦੇ ਵਿੱਚ ਜਿਹੜੇ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਇੰਡਸਟਰੀ ਲਈ ਪੈਕੇਜ ਸੀਗਾ, ਮੰਡੀ ਗੋਬਿੰਦਗੜ੍ਹ ਲਈ ਪੈਕੇਜ ਸੀਗਾ, ਔਰ ਹੋਰ ਬਹੁਤ ਕੁਝ ਐਸੀਆਂ ਚੀਜ਼ਾਂ ਜਿਹੜੀਆਂ ਹੈਰਾਨਕੁਨ ਨੇ। ਜੇ ਇਹਨੂੰ 100% ਮੰਨ ਲਈਏ ਤੇ ਪੰਜਾਬ ਦੇ ਵਿੱਚ ਕਾਫੀ ਚੀਜ਼ਾਂ ਵਾਪਰਨ ਵਾਲੀਆਂ ਸੀ ਜਿਹੜੀਆਂ ਅਸੀਂ ਖੁੰਝਾਤੀਆਂ। ਭਾਸਕਰ ਸਾਹਿਬ, ਸਭ ਤੋਂ ਪਹਿਲਾਂ ਮੈਂ ਅੱਗੇ ਜਾਵਾਂ, ਡਿਟੇਲ ਦੇ ਵਿੱਚ ਇੱਥੇ ਗੱਲ ਕਰੀਏ, ਇਸ ਤੋਂ ਪਹਿਲਾਂ ਤੁਸੀਂ ਜ਼ਰੂਰ ਦੱਸੋ ਕਿ 24 ਘੰਟਿਆਂ ਦੌਰਾਨ ਲੋਕਾਂ ਦੇ ਪ੍ਰਤੀਕਰਮ ਮੋਟੇ ਤੌਰ ਤੇ ਜੋ ਤੁਸੀਂ ਮਹਿਸੂਸ ਕੀਤਾ, ਤੇ ਇਹਨੂੰ ਜ਼ਰੂਰ ਪਹਿਲੀ ਟਿੱਪਣੀ ਦੇ ਰੂਪ 'ਚ ਮੈਨੂੰ ਦਿਓ। ਬਿਲਕੁਲ, ਜਦ ਤੋਂ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੇ ਵਿੱਚ ਜਿਹਨੂੰ ਕਹਿੰਦੇ ਆਪਾਂ ਬ੍ਰੀਚ ਹੋਇਆ, ਤਦ ਤੋਂ ਲਗਾਤਾਰ ਅਸੀਂ ਕਈ ਵਰਸ਼ਨ ਸੁਣੇ। ਮੁੱਖ ਮੰਤਰੀ ਚੰਨੀ ਉਹਨਾਂ ਨੇ ਵੀ ਗੱਲ ਕੀ ਕਿ ਵੀ ਉਹ ਅਚਾਨਕ ਹੀ ਪ੍ਰਧਾਨ ਮੰਤਰੀ ਨੇ ਬਾਈ ਰੋਡ ਜਾਣ ਦਾ ਫੈਸਲਾ ਕੀਤਾ ਸੀਗਾ। ਹੁਣ ਐਵੇਂ ਕਿ 200 ਕਿਲੋਮੀਟਰ ਦੇ ਕਰੀਬ ਪ੍ਰਧਾਨ ਮੰਤਰੀ ਨੂੰ ਬਾਈ ਰੋਡ ਲੈ ਕੇ ਜਾਣ ਦਾ ਫੈਸਲਾ ਐਸਪੀਜੀ ਨੇ ਕੀਤਾ ਹੋਏ, ਭਾਵੇਂ ਸਟੇਟ ਗਵਰਨਮੈਂਟ ਦੇ ਕੰਸਲਟੇਸ਼ਨ ਨਾਲ ਹੀ ਕੀਤਾ ਜਾਏ। ਸਟੇਟ ਗਵਰਨਮੈਂਟ ਨੂੰ ਇੱਕ ਸੇਫ ਰੂਟ ਦੇਣਾ ਔਰ ਉਸ ਤੋਂ ਇਲਾਵਾ ਇੱਕ ਕੰਟੀਜੈਂਸੀ ਰੂਟ ਹੁੰਦਾ ਹੈ, ਉਹ ਵੀ ਦੇਣਾ ਬਹੁਤ ਲਾਜ਼ਮੀ ਹੁੰਦਾ ਹੈ। ਪਰ ਉਸ ਰੂਟ ਦੇ ਵਿੱਚ ਇਸ ਤਰੀਕੇ ਦਾ ਦਖਲ ਪ੍ਰਧਾਨ ਮੰਤਰੀ ਦੀ ਸਿਕਿਉਰਿਟੀ ਦੇ ਵਿੱਚ ਬ੍ਰੀਚ, ਇਹ ਬਹੁਤ ਵੱਡਾ ਸੀਰੀਅਸ ਮੁੱਦਾ ਹੈਗਾ। ਔਰ ਇਸ ਮੁੱਦੇ ਨੂੰ ਭਾਜਪਾ ਨੇ ਨੈਸ਼ਨਲ ਲੈਵਲ ਤੇ ਬਹੁਤ ਪੁਰਜ਼ੋਰ ਤਰੀਕੇ ਨਾਲ ਚੁੱਕਿਆ। ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਸ਼ਟਰਪਤੀ ਨੂੰ ਵੀ ਮਿਲਣ ਗਏ ਔਰ ਰਾਸ਼ਟਰਪਤੀ ਨੇ ਵੀ ਉਹਨਾਂ ਦੀ ਸਿਕਿਉਰਿਟੀ ਦੇ ਉੱਤੇ ਪੰਜਾਬ ਦੌਰੇ ਦੇ ਵਿੱਚ ਜੋ ਬ੍ਰੀਚ ਹੋਇਆ ਉਹਦੇ ਉੱਤੇ ਚਿੰਤਾ ਵਿਅਕਤ ਕੀਤੀ। ਉਪ ਰਾਸ਼ਟਰਪਤੀ ਉਹਨਾਂ ਨੇ ਵੀ ਉਸ ਬ੍ਰੀਚ ਵਾਸਤੇ ਚਿੰਤਾ ਵਿਅਕਤ ਕੀਤੀ ਔਰ ਇੱਕ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਵੀ ਦਾਖਲ ਕੀਤੀ ਗਈ। ਇੱਕ ਵਕੀਲ ਹੈਗੇ ਨੇ ਮਨਿੰਦਰ ਸਿੰਘ,
ਉਹਦੀ ਵੀ ਕੱਲ ਸੁਣਵਾਈ ਹੈਗੀ ਹੈ। ਯਾਨੀ ਇਹ ਮੁੱਦਾ ਜਿਹੜਾ ਆਪਾਂ ਸਮਝਦੇ ਸੀ ਜਾਂ ਸਾਡੀ ਪੰਜਾਬ ਦੀ ਸਰਕਾਰ ਸਮਝਦੀ ਸੀ ਕਿ ਚਲੋ ਬਰੀਚ ਹੋਇਆ, ਗਲਤੀ ਮੰਨ ਲਈਏ, ਇਹ ਉੱਥੇ ਤੱਕ ਸੀਮਿਤ ਨਹੀਂ ਹੈਗਾ, ਕਿਉਂਕਿ ਉਹਨਾਂ ਨੇ ਹਜੇ ਤੱਕ ਗਲਤੀ ਵੀ ਨਹੀਂ ਮੰਨੀ। ਇਸ ਸਾਰੀ ਚੀਜ਼ਾਂ ਦੇ ਵਿੱਚ ਕੁਝ ਨਵੀਂ ਚੀਜ਼ਾਂ ਨਿਕਲ ਕੇ ਆ ਰਹੀ ਹੈ ਕਿ ਇੱਕ ਡੀਜੀਪੀ ਚਟੋਪਾਧਿਆ, ਸਿਧਾਰਥ ਚਟੋਪਾਧਿਆ, ਉਹ ਪ੍ਰਧਾਨ ਮੰਤਰੀ ਦੌਰੇ ਦੇ ਵਿੱਚ ਉਸ ਕਿਸੇ ਵੀ ਪੁਆਇੰਟ ਦੇ ਵਿੱਚ ਨਜ਼ਰ ਨਹੀਂ ਆਏ, ਔਰ ਪਤਾ ਇਹ ਲੱਗਿਆ ਕਿ ਸ਼ਾਇਦ ਉਹ ਉੱਥੇ ਗਏ ਨਹੀਂ। ਹੋਮ ਮਿਨਿਸਟਰ ਸੁਖਜਿੰਦਰ ਸਿੰਘ ਰੰਧਾਵਾ, ਜੋ ਕਿ ਸਿੱਧੇ ਤੌਰ ਤੇ ਡੀਜੀਪੀ ਦੇ ਬੌਸ ਮੰਨੇ ਜਾਂਦੇ ਨੇ, ਉਹਨਾਂ ਦੀ ਵੀ ਕੋਈ ਪ੍ਰਤੀਕਿਰਿਆ ਹਜੇ ਤੱਕ ਇਸ ਮੁੱਦੇ ਤੇ ਨਹੀਂ ਆਈ। ਚੰਨੀ ਉਹਨਾਂ ਇਕੱਲੇ ਹੀ ਮੋਰਚਾ ਸੰਭਾਲਦੇ ਹੋਏ ਨਜ਼ਰ ਆਏ। ਅੱਜ ਭਾਵੇਂ ਰੈਲੀ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਕਿ ਜੇ ਪ੍ਰਧਾਨ ਮੰਤਰੀ ਦੀ ਰੈਲੀ ਦੇ ਵਿੱਚ ਭੀੜ ਨਹੀਂ ਸੀ ਤੇ ਮੈਂ ਕੀ ਕਰਾਂ, ਜੇ ਕਿਸਾਨ ਪ੍ਰਧਾਨ ਮੰਤਰੀ ਦਾ ਜਾਂ ਬੀਜੇਪੀ ਦਾ ਵਿਰੋਧ ਕਰਦੇ ਨੇ ਤੇ ਮੈਂ ਕੀ ਕਰਾਂ। ਮੈਨੂੰ ਇਹ ਲੱਗਦਾ ਹੈ ਕਿ ਚੰਨੀ ਉਹਨਾਂ ਦਾ ਇਹ ਕਹਿ ਕੇ ਗੁਜ਼ਾਰਾ ਨਹੀਂ ਚੱਲਣਾ ਕਿ ਮੈਂ ਕੀ ਕਰਾਂ, ਕਰਨਾ ਤੇ ਉਹਨਾਂ ਨੇ ਹੀ ਸੀਗਾ, ਕਿਉਂਕਿ ਮੁੱਖ ਮੰਤਰੀ ਦੀ ਰਿਸਪੌਂਸਿਬਿਲਿਟੀ ਹੁੰਦੀ ਹੈ ਜਦ ਪ੍ਰਧਾਨ ਮੰਤਰੀ ਤੁਹਾਡੇ ਸੂਬੇ ਦੇ ਵਿੱਚ ਆਏ ਤੇ ਉਹਨੂੰ ਪੂਰੀ ਸੁਰੱਖਿਆ ਪ੍ਰਦਾਨ ਕਰਨਾ ਇਹ ਸੂਬੇ ਦੀ ਸਰਕਾਰ ਦੀ ਰਿਸਪੌਂਸਿਬਿਲਿਟੀ ਹੁੰਦੀ ਹੈ। ਇਸ ਬ੍ਰੀਚ ਨੂੰ ਅਸੀਂ ਕਿਸੇ ਵੀ ਤਰੀਕੇ ਨਾਲ ਇਨਕਾਰ ਨਹੀਂ ਕਰ ਸਕਦੇ। ਅਗਰ ਕੋਈ ਗਲਤੀ ਕਿਸੇ ਅਫਸਰ ਤੋਂ ਹੋਈ ਹੈ, ਹਾਲਾਂਕਿ ਜਿਸ ਤਰ੍ਹਾਂ ਡੀਜੀਪੀ ਦੀ ਗੱਲ ਆਪਾਂ ਕਰ ਰਹੇ ਹਾਂ ਕਿ ਡੀਜੀਪੀ ਉਸ ਕਨਵਾਏ ਦੇ ਵਿੱਚ ਕਿਉਂ ਨਹੀਂ ਸੀ, ਜਾਂ ਮੁੱਖ ਮੰਤਰੀ ਚੰਨੀ ਉਹਨਾਂ ਜਿਨ੍ਹਾਂ ਨੇ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਆਹ ਜ਼ਿਕਰ ਕੀਤਾ ਸੀਗਾ, ਕਿਉਂਕਿ ਮੈਨੂੰ ਜਾਂ ਮੇਰੇ ਜਿਹੜੇ ਨਾਲ ਦੇ ਕੁਲੀਗਸ ਹੈਗੇ ਨੇ, ਉਹਨਾਂ ਦੇ ਪੀਏ ਹੈਗੇ ਨੇ ਕੋਈ ਹਰੀ ਸਿੰਘ ਜਾਂ ਹੋਰ ਇੱਕ ਸਟਾਫ ਮੈਂਬਰ, ਉਹਨਾਂ ਨੂੰ ਕਰੋਨਾ ਹੋਇਆ ਸੀਗਾ, ਇਸ ਕਰਕੇ ਉਹਨਾਂ ਨੇ ਪ੍ਰਧਾਨ ਮੰਤਰੀ ਆਫਿਸ ਦੇ ਵਿੱਚ ਇਸ ਗੱਲ ਨੂੰ ਦੱਸਤਾ ਸੀਗਾ, ਜਿੱਥੋਂ ਕਲੀਅਰੈਂਸ ਲੈ ਲਈ ਗਈ ਸੀ ਕਿ ਮੈਂ ਇਸ ਕਰਕੇ ਉਸ ਫੰਕਸ਼ਨ ਦੇ ਵਿੱਚ, ਉਸ ਬਠਿੰਡਾ 에ਅਰਪੋਰਟ ਦੇ ਵਿੱਚ ਸ਼ਾਮਿਲ ਨਹੀਂ ਹੋ ਸਕਦਾ ਕਿਉਂਕਿ ਮੇਰੇ ਨਿੱਜੀ ਸਟਾਫ ਨੂੰ ਕਰੋਨਾ ਹੋਇਆ ਸੀ। ਚਲੋ ਆ ਗੱਲ ਤਾਂ ਠੀਕ ਸੀ, ਪਰ ਨਾਰਮਲੀ ਜਿਹੜਾ ਕਰੋਨਾ ਦੀ ਪ੍ਰੋਟੋਕੋਲਸ ਨੇ ਉਹ ਇਹ ਕਹਿੰਦੀ ਹੈ ਕਿ ਜੇ ਤੁਹਾਡੇ ਨਿੱਜੀ ਸਟਾਫ ਦੇ ਵਿੱਚ ਕਿਸੇ ਨੂੰ ਕਰੋਨਾ ਹੋਇਆ ਤੇ ਤੁਸੀਂ ਵੀ ਇਮੀਡੀਏਟਲੀ ਆਈਸੋਲੇਸ਼ਨ ਦੇ ਵਿੱਚ ਚਲੇ ਜਾਂਦੇ ਹੋ। ਬਲਕਿ ਆਈਸੋਲੇਸ਼ਨ ਦੇ ਵਿੱਚ ਨਾ ਜਾਂਦੇ ਹੋਏ ਮੁੱਖ ਮੰਤਰੀ ਚੰਨੀ ਉਹਨਾਂ ਨੇ ਉਸੇ ਦਿਨ ਕੈਬਨਿਟ ਮੀਟਿੰਗ ਵੀ ਕੀਤੀ, ਰਾਤੀ ਪ੍ਰੈਸ ਕਾਨਫਰੰਸ ਵੀ ਕੀਤੀ, ਔਰ ਉਸ ਤੋਂ ਬਾਅਦ ਜਿਸ ਟਾਈਮ ਇਹ ਬ੍ਰੀਚ ਹੋਈ ਸੀ ਉਸ ਟਾਈਮ ਉਹ ਇੱਕ ਚੈਨਲ ਨੂੰ ਇੰਟਰਵਿਊ ਵੀ ਦੇ ਰਹੇ ਸੀਗੇ। ਜੇ ਉਹਨਾਂ ਦੇ ਵਾਕਈ ਨਿੱਜੀ ਸਟਾਫ ਨੂੰ ਕਰੋਨਾ ਹੋਇਆ ਸੀਗਾ ਤੇ ਮੁੱਖ ਮੰਤਰੀ ਹੁੰਦੇ ਹੋਏ ਉਹਨਾਂ ਨੇ ਕਰੋਨਾ ਦੇ ਪ੍ਰੋਟੋਕਾਲ ਨੂੰ ਕਿਉਂ ਫੋਲੋ ਨਹੀਂ ਕੀਤਾ, ਇਹ ਇੱਕ ਬਹੁਤ ਵੱਡਾ ਪੁਆਇੰਟ ਹੈ। ਡੀਜੀਪੀ ਉਹਨਾਂ ਪ੍ਰਧਾਨ ਮੰਤਰੀ ਦੇ ਕਨਵਾਏ ਦੇ ਵਿੱਚ ਜਾਂ ਪ੍ਰਧਾਨ ਮੰਤਰੀ ਦੀ ਰੈਲੀ ਤੋਂ ਪਹਿਲੇ, ਇੱਕ ਨਾਰਮਲੀ ਹੁੰਦਾ ਕੀ ਹੈ ਕਿ ਜਦ ਵੀ ਕੋਈ ਪ੍ਰਾਈਮ ਮਿਨਿਸਟਰ ਦੀ ਰੈਲੀ ਹੁੰਦੀ ਹੈ ਉਹਦੇ ਵਿੱਚ ਸੂਬੇ ਦੇ ਡੀਜੀਪੀ ਆਪ ਜਾ ਕੇ ਪੂਰੀ ਸਿਕਿਉਰਿਟੀ ਅਰੇਂਜਮੈਂਟਸ ਦਾ ਮੁਆਇਨਾ ਲੈਂਦੇ ਹੁੰਦੇ ਹੈ, ਔਰ ਹੋਮ ਮਿਨਿਸਟਰ ਵੀ ਇੱਕ ਪ੍ਰੋਐਕਟਿਵ ਹੁੰਦੇ ਹੋਏ ਸਾਰੇ ਅਰੇਂਜਮੈਂਟਸ ਦੀ ਨਿਗਰਾਨੀ ਕਰਦੇ ਹੁੰਦੇ ਨੇ। ਇਹਦੇ ਵਿੱਚ ਦੋਨੋਂ, ਭਾਵੇਂ ਉਹ ਹੋਮ ਮਿਨਿਸਟਰ ਹੋਣ ਸੁਖਜਿੰਦਰ ਸਿੰਘ ਰੰਧਾਵਾ ਜਾਂ ਫਿਰ ਡੀਜੀਪੀ ਚਟੋਪਾਧਿਆ ਹੋਣਾ, ਦੋਨੋਂ ਬਿਲਕੁਲ ਤੋਂ ਪਰੇ ਨੇ। ਔਰ ਜਿਹੜੀ ਕੁਐਰੀਜ਼ ਪ੍ਰਧਾਨ ਮੰਤਰੀ ਦੇ ਸਟਾਫ ਨੇ, ਪ੍ਰਧਾਨ ਮੰਤਰੀ ਦੇ ਆਫਿਸ ਨੇ ਇਸ ਸਿਕਿਉਰਿਟੀ ਬ੍ਰੀਚ ਨੂੰ ਲੈ ਕੇ ਕੀਤੀ ਸੀਗੀ, ਉਹਦਾ ਵੀ ਐਕਸਪਲੇਨੇਸ਼ਨ ਦੇਣਾ ਬੰਦਾ ਸੀਗਾ ਡੀਜੀਪੀ ਦਾ ਤੇ ਹੋਮ ਮਿਨਿਸਟਰ ਦਾ, ਪਰ ਇੱਥੇ ਵੀ ਚੰਨੀ ਉਹਨਾਂ ਇਕੱਲੇ ਨਜ਼ਰ ਆਏ। ਔਰ ਚੰਨੀ ਉਹਨਾਂ ਦੇ ਆਪ ਦੇ ਕੈਬਨਿਟ ਮੰਤਰੀ ਜਿਹਦੇ ਵਿੱਚ ਰਾਣਾ ਗੁਰਜੀਤ ਸਿੰਘ ਹੈਗੇ ਨੇ, ਉਹਨਾਂ ਨੇ ਵੀ ਡੀਜੀਪੀ ਔਰ ਹੋਮ ਮਿਨਿਸਟਰ ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਦੇ ਬਿਹੇਵੀਅਰ ਉੱਤੇ, ਉਹਨਾਂ ਦੀ ਨੈਗਲੀਜੈਂਸ ਦੇ ਉੱਤੇ ਇੱਕ ਸਵਾਲੀਆ ਨਿਸ਼ਾਨ ਲਾਇਆ। ਦੂਜੇ ਪਾਸੇ ਜਦ ਬੀਜੇਪੀ ਦਾ ਡੈਲੀਗੇਸ਼ਨ ਵੀ ਰਾਜਪਾਲ ਨੂੰ ਮਿਲਦਾ ਹੈ ਤੇ ਉਹਨਾਂ ਨੇ ਵੀ ਸੁਖਜਿੰਦਰ ਸਿੰਘ ਰੰਧਾਵਾ ਬਤੌਰ ਹੋਮ ਮਿਨਿਸਟਰ ਔਰ ਡੀਜੀਪੀ ਚਟੋਪਾਧਿਆ ਉਹਨਾਂ ਦਾ ਇਮੀਡੀਏਟਲੀ ਉਹਨਾਂ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ। ਉਹਨਾਂ ਨੇ ਪ੍ਰੈਜ਼ੀਡੈਂਟ ਰੂਲ ਦੀ ਡਿਮਾਂਡ ਨਹੀਂ ਕੀਤੀ, ਭਾਵੇਂ ਕੈਪਟਨ ਅਮਰਿੰਦਰ ਸਿੰਘ ਪ੍ਰੈਜ਼ੀਡੈਂਟ ਰੂਲ ਦੀ ਡਿਮਾਂਡ ਇਮੀਡੀਏਟਲੀ ਕਰ ਰਹੇ ਸੀਗੇ, ਰਾਣਾ ਗੁਰਮੀਤ ਸੋਢੀ ਉਹਨਾਂ ਪ੍ਰੈਜ਼ੀਡੈਂਟ ਰੂਲ ਦੀ ਡਿਮਾਂਡ ਇਮੀਡੀਏਟਲੀ ਕਰ ਰਹੇ ਸੀਗੇ, ਸੁਖਬੀਰ ਬਾਦਲ ਉਹਨਾਂ ਵੀ ਪ੍ਰੈਜ਼ੀਡੈਂਟ ਰੂਲ ਦੀ ਡਿਮਾਂਡ ਕਰ ਰਹੇ ਨੇ, ਪਰ ਦੂਜੇ ਪਾਸੇ ਕਿਸੇ ਨੇ ਵੀ ਹਜੇ ਤੱਕ, ਕੇਂਦਰ ਤੋਂ ਇੱਕ ਮੂਵ ਸੀਗੀ, ਅੱਜ ਤਕਰੀਬਨ 5 ਵਜੇ ਤੱਕ ਦਾ ਟਾਈਮ ਸੀਗਾ, 24 ਘੰਟੇ ਦੇ ਅੰਦਰ ਅੰਦਰ ਸਰਕਾਰ ਨੂੰ ਇੱਕ ਰਿਪੋਰਟ ਪ੍ਰਾਈਮ ਮਿਨਿਸਟਰ ਆਫਿਸ ਨੂੰ ਜਾਂ ਹੋਮ ਮਿਨਿਸਟਰੀ ਨੂੰ ਭੇਜਣੀ ਸੀਗੀ। ਉਸ ਰਿਪੋਰਟ ਦੀ ਤਿਆਰੀ ਕਹਿ ਰਹੇ ਆ ਕਿ ਵੀ ਕਰ ਲਈ ਗਈ ਸੀ। ਉਹ ਰਿਪੋਰਟ ਕੀ ਭੇਜੀ, ਉਸ ਰਿਪੋਰਟ ਦੇ ਉੱਤੇ ਸੈਂਟਰ ਦਾ ਰਿਐਕਸ਼ਨ ਕੀ ਹੋਏਗਾ, ਹੋ ਸਕਦਾ ਦੇਰ ਰਾਤ ਤੱਕ ਕੇਂਦਰ ਦਾ ਵੀ ਕੋਈ ਰਿਐਕਸ਼ਨ ਉਸ ਰਿਪੋਰਟ ਦੇ ਉੱਤੇ ਆ ਜਾਏ ਔਰ ਉਹ ਵੀ ਇੱਕ ਐਕਸ਼ਨ ਮੋਡ ਦੇ ਵਿੱਚ ਨਜ਼ਰ ਆਣ। ਭਾਸਕਰ ਸਾਹਿਬ ਜੀ, ਭਾਸਕਰ ਸਾਹਿਬ ਇਹ ਗੱਲ ਬੜੀ ਦਿਲਚਸਪ ਆ ਕਿ ਕੁਦਰਤੀ ਤੌਰ ਤੇ ਪਹਿਲਾ ਰਿਐਕਸ਼ਨ ਇਹੀ ਸੀਗਾ ਕਿ ਸਟੇਟ ਤੋਂ, ਕਿਉਂਕਿ ਇਹ ਸਿਕਿਉਰਿਟੀ ਸਟੇਟ ਦਾ ਵਿਸ਼ਾ ਹੈ, ਅਮਨ ਕਾਨੂੰਨ ਸਟੇਟ ਦਾ ਵਿਸ਼ਾ ਹੈ,
ਸੋ ਪਹਿਲੀ ਗ੍ਰਹਿ ਮੰਤਰਾਲੇ ਦੀ ਜਿਹੜੀ ਕੁਆਰੀ ਸੀ ਉਹਦਾ ਆਨਸਰ 24 ਘੰਟਿਆਂ 'ਚ ਜਾਣ ਤੋਂ ਬਾਅਦ ਕੇਂਦਰ ਡੈਫੀਨੇਟਲੀ ਸੋਚ ਰਿਹਾ ਹੋਊਗਾ ਵੀ ਇਹਦੇ ਉੱਤੇ ਅੱਗੇ ਕੀ ਕਰਨਾ ਹੈ। ਹਾਲਾਂਕਿ ਪੰਜਾਬ ਨੇ ਬੜਾ ਭੁਗਤਿਆ, ਪੰਜਾਬੀ ਇਹ ਸਮਝਦੇ ਆ ਕਿ ਕੇਂਦਰ ਨੂੰ ਥੋੜਾ ਜਿਹਾ ਵੱਡਾ ਦਿਲ ਰੱਖਣਾ ਚਾਹੀਦਾ, ਪ੍ਰਧਾਨ ਮੰਤਰੀ ਨੂੰ ਇਸ ਤਰ੍ਹਾਂ ਨਹੀਂ ਸੋਚਣਾ ਚਾਹੀਦਾ ਜਿਵੇਂ ਦੀਆਂ ਕੱਲ ਗੱਲਾਂ ਨਿਕਲ ਕੇ ਆ ਰਹੀਆਂ। ਇਹਦੇ 'ਚ ਕੋਈ ਦੋ ਰਾਵਾਂ ਨਹੀਂ ਕਿ ਇਸ ਖਿੱਤੇ ਦੇ ਲੋਕਾਂ ਨੇ ਇਸ ਦੇਸ਼ ਲਈ ਬਹੁਤ ਕੁਝ ਕੀਤਾ ਹੈ ਔਰ ਉਹਨੂੰ ਕਦੇ ਵੀ ਤੁਸੀਂ ਨਜ਼ਰਅੰਦਾਜ਼ ਕਰਦੇ ਹੋ ਤਾਂ ਤੁਸੀਂ ਵੀ ਵਿਕਟਮ ਕਿਸੇ ਨੂੰ ਕਿਹਨੂੰ ਬਣਾਓਗੇ? ਮੈਨੂੰ ਦੱਸੋ ਨਾ, ਤੁਸੀਂ ਕਿਸ ਤਰੀਕੇ ਨਾਲ ਪੇਸ਼ ਆਓਗੇ? ਇਹ ਵੱਡੀ ਗੱਲ ਆ ਕਿ ਜੇ ਸਭ ਸੁੱਖ ਸਾਂਦ ਹੈ ਤਾਂ ਤੁਹਾਨੂੰ ਇਹਦੇ ਵਿੱਚ ਸਪੋਰਟ ਕਰਨੀ ਹੋਊਗੀ, ਲੇਕਿਨ ਕੁਦਰਤੀ ਤੌਰ ਤੇ ਪ੍ਰਧਾਨ ਮੰਤਰੀ ਤਾਂ ਰਾਸ਼ਟਰਪਤੀ ਨੂੰ ਮਿਲਣਾ ਔਰ ਅੱਜ ਪ੍ਰਦੇਸ਼ ਜਿਹੜੀ ਸਰਕਾਰ ਹੈ ਇਹਦਾ ਜੋ ਵੀ ਰਿਐਕਸ਼ਨ ਰੂਪ ਦੇ ਵਿੱਚ ਜਾਂ ਜੋ ਵੀ ਇਹ ਭੇਜਣਗੇ ਰਿਟਰਨ ਚ, ਉਹਦੇ ਉੱਤੇ ਕੇਂਦਰ ਦਾ ਅਗਲਾ ਐਕਸ਼ਨ ਇਹ ਬੜਾ ਵੇਖਣ ਵਾਲਾ ਹੋਊਗਾ। ਤੁਸੀਂ ਠੀਕ ਕਹਿ ਰਹੇ ਹੋ ਕਿ ਕੇਂਦਰ ਸਖਤ ਵੀ ਹੋ ਸਕਦਾ ਹੈ ਔਰ ਇਲੈਕਸ਼ਨ ਸਿਰ ਤੇ ਆ, ਕੀ ਕੁਝ ਹੋ ਸਕਦਾ ਇਹਦੇ ਤੇ ਗੱਲ ਕਰਾਂਗੇ, ਲੇਕਿਨ ਉਸ ਤੋਂ ਪਹਿਲਾਂ ਬਹੁਤ ਦਿਲਚਸਪ ਚੀਜ਼ਾਂ ਨੇ ਜਿਹੜੀਆਂ ਨਿਖਰ ਕੇ ਆਈਆਂ, ਮੈਂ ਜ਼ਰੂਰ ਦੱਸਣਾ ਚਾਹੁੰਦਾ ਹਾਂ। ਸਾਡੇ ਸਰੋਤਿਆਂ ਦੀ, ਦੋਸਤਾਂ ਦੀ ਇਹ ਜ਼ਰੂਰ ਇੱਛਾ ਜਗਿਆਸਾ ਹੋਊਗੀ ਕਿ ਉਹ ਜਾਣਨਾ ਚਾਹਣਗੇ ਕਿ ਆਖਿਰ ਕਿਹੜੀਆਂ ਚੀਜ਼ਾਂ ਜਿਹੜੀਆਂ ਹੋਣ ਵਾਲੀਆਂ ਸੀ ਜਿਹੜੀਆਂ ਅਸੀਂ ਦੇਖ ਨਹੀਂ ਪਾਏ, ਪ੍ਰਧਾਨ ਮੰਤਰੀ ਦੇ ਪਟਾਰੇ 'ਚ ਕੀ ਸੀਗਾ। ਤੁਸੀਂ ਗੱਲ ਕੀਤੀ ਡੀਜੀਪੀ ਔਰ ਸੁਖਜਿੰਦਰ ਸਿੰਘ ਰੰਧਾਵਾ ਦੀ। ਵੈਸੇ ਆਮ ਤੌਰ ਤੇ ਕਿਹਾ ਜਾਂਦਾ ਕਿ ਸਿਧਾਰਥ ਚੱਟੋਪਾਧਿਆਏ ਇੱਕ ਪ੍ਰੋਫੈਸ਼ਨਲ ਅਫਸਰ ਨੇ ਔਰ ਉਹ ਡਿਊਟੀ ਲਈ ਪਾਬੰਦ ਰਹਿੰਦੇ ਆ, ਕੰਮ ਉਹਨਾਂ ਦਾ ਬੜਾ ਚੰਗਾ ਰਿਹਾ ਸਦਾ ਹੀ, ਉਹਨਾਂ ਦਾ ਥਰੂ ਆਊਟ ਕੈਰੀਅਰ ਤੁਸੀਂ ਦੇਖਦੇ ਹੋ। ਔਰ ਇਸੇ ਤਰ੍ਹਾਂ ਸੁਖਜਿੰਦਰ ਸਿੰਘ ਰੰਧਾਵਾ ਵੀ ਇੱਕ ਸਖਤ ਜਾਨ ਪੋਲੀਟੀਸ਼ੀਅਨ ਨੇ, ਕੜਕ ਪੋਲੀਟੀਸ਼ੀਅਨ ਨੇ। ਗਲਤੀ ਕਿੱਥੇ ਹੋਈ ਇਹਦੇ ਜਵਾਬ ਤਾਂ ਕੁਦਰਤੀ ਤੌਰ ਤੇ ਮੰਗੇ ਜਾ ਰਹੇ, ਦੇਣੇ ਵੀ ਹੋਣਗੇ ਔਰ ਇਹ ਵੀ ਦੇਖਣਾ ਹੋਊਗਾ ਕਿ ਇਹਦੇ ਸਿਆਸੀ ਪਹਿਲੂ ਕਿੰਨੇ ਆ ਤੇ ਇਹਦੇ ਪ੍ਰਸ਼ਾਸਨਿਕ ਪਹਿਲੂ ਕਿੰਨੇ ਆ, ਗਲਤੀਆਂ ਕਿੱਥੇ ਹੋਈਆਂ। ਕੁਦਰਤੀ ਤੌਰ ਤੇ ਇਹਦੇ ਨਤੀਜੇ ਤਾਂ ਦੇਖਣ ਨੂੰ ਮਿਲਣਗੇ ਹੀ। ਲੇਕਿਨ ਜਿਹੜੀ ਗੱਲ ਮੈਂ ਕਰਨਾ ਚਾਹੁੰਦਾ, ਜੇ ਭਾਸਕਰ ਸਾਹਿਬ ਤੁਸੀਂ ਮੈਨੂੰ ਆਗਿਆ ਦਿਓ, ਤੇ ਉਹ ਬੜਾ ਦਿਲਚਸਪ ਆ, ਲਿਖਿਆ ਹੋਇਆ ਮੈਂ ਇਹਨਾਂ ਯਾਦ ਕਿੱਥੇ ਰਹਿੰਦਾ, ਮੈਂ ਬੜੀ ਮਿਹਨਤ ਕੀਤੀ, ਜੇ ਜਰਾ ਧਿਆਨ ਦਿਓ। ਇਹ 42,000 ਕਰੋੜ ਤਾਂ ਅਨਾਉਂਸ ਕਰ ਗਏ ਸੀ ਜੀ ਪਹਿਲਾਂ ਹੀ, ਜੇ ਅਖਬਾਰਾਂ 'ਚ ਇਸ਼ਤਿਹਾਰ ਦੇ ਰੂਪ 'ਚ ਕਿਹਾ ਹੋਣਾ ਹੀ ਆ ਕੋਰੀਡੋਰ, 42,700 ਕੁਝ ਕਰੋੜ ਰੁਪਏ। ਹਾਂ, ਲੇਕਿਨ ਜਿਹੜੀ ਮੈਂ ਇੱਕ ਇੱਕ ਕਰਕੇ ਗੱਲ ਕਰਨ ਲੱਗਿਆ ਉਹ ਜ਼ਰੂਰ ਧਿਆਨ ਨਾਲ ਰੱਖਿਓ। ਇੱਕ ਹੈਗਾ ਸੀ ਜਿਹੜਾ ਬਾਰਡਰ ਦੇ ਜ਼ਿਲ੍ਹੇ ਨੇ, ਸਾਡੇ ਸਰਹੱਦੀ ਜ਼ਿਲ੍ਹੇ ਆ, ਉਹਨਾਂ ਦੀ ਇੰਡਸਟਰੀ ਨੂੰ ਟੈਕਸ ਹੌਲੀਡੇ ਵਾਂਗ ਜਿਹੜਾ ਵਾ ਉਹ ਟੈਕਸ ਫ੍ਰੀ ਰਿਆਇਤਾਂ ਵਾਲੀ ਗੱਲ ਹੈ। ਔਰ ਉਹ ਬੜਾ ਅਹਿਮ ਸਵਾਲ ਹੈ ਕਿ ਸਾਰਾ ਬਾਰਡਰ ਸਾਡਾ ਬਹੁਤ ਲੰਬਾ ਹੈ, ਤੁਹਾਨੂੰ ਵੀ ਪਤਾ 600 ਕਿਲੋਮੀਟਰ ਆਮ ਤੌਰ ਤੇ ਕਿਹਾ ਜਾਂਦਾ, 500 ਤੋਂ ਜ਼ਿਆਦਾ। ਸੋ ਇਸ ਏਰੀਏ ਦੇ ਵਿੱਚ ਜਿਹੜੀ ਇੰਡਸਟਰੀ ਆ ਉਹਨੂੰ ਪ੍ਰੋਤਸਾਹਨ ਦੇਣ ਲਈ, ਉਤਸ਼ਾਹਿਤ ਕਰਨ ਲਈ ਇਹ ਇੱਕ ਟੈਕਸ ਫ੍ਰੀ ਜ਼ੋਨ ਬਣਨਾ ਸੀਗਾ ਜਿਹਦੀ ਅਨਾਉਂਸਮੈਂਟ ਹੋਣੀ ਸੀ। ਰੰਧਾਵਾ ਜੀ, ਆ ਜਿਹੜੇ ਤੁਸੀਂ ਬਾਰਡਰ ਏਰੀਆ ਦੀ ਗੱਲ ਕਰਦੇ ਹੋ ਨਾ, ਇਹਦੇ ਵਿੱਚ ਅਗਰ ਆਪਾਂ ਡਿਸਟ੍ਰਿਕਟ ਲਾ ਕੇ ਚੱਲੀਏ ਤੇ ਗੁਰਦਾਸਪੁਰ, ਫਿਰੋਜ਼ਪੁਰ, ਅੰਮ੍ਰਿਤਸਰ, ਤਰਨਤਾਰਨ, ਆ ਸਾਰੇ ਜਿਹੜੇ ਡਿਸਟ੍ਰਿਕਟ ਹੈਗੇ ਆ ਇਹ ਬਾਰਡਰ ਏਰੀਆ ਦੇ ਡਿਸਟ੍ਰਿਕਟ ਹੈਗੇ ਨੇ। ਔਰ ਇਹਦੇ ਵਿੱਚ ਤਕਰੀਬਨ 40% ਦੇ ਕਰੀਬ ਪੰਜਾਬ ਦੇ ਡਿਸਟ੍ਰਿਕਟ ਆ ਜਾਂਦੇ ਨੇ, ਜਿਹਦੇ ਵਿੱਚ ਟੈਕਸ ਹੌਲੀਡੇ ਦੀ ਮੰਗ ਨੂੰ ਅਗਰ ਪ੍ਰਧਾਨ ਮੰਤਰੀ ਉਸ ਦਿਨ ਜਾਂ ਕੱਲ ਅਨਾਉਂਸ ਕਰ ਜਾਂਦੇ ਤੇ ਮੈਨੂੰ ਇਹ ਲੱਗਦਾ ਹੈ ਕਿ ਪੰਜਾਬ ਦੀ ਬਹੁਤ ਵੱਡੀ ਤੇ ਇੱਕ ਬਹੁਤ ਪੈਂਡਿੰਗ ਡਿਮਾਂਡ ਐਕਸੈਪਟ ਹੋ ਜਾਂਦੀ। ਹਾਲ ਹੀ 'ਚ ਰਾਣਾ ਗੁਰਜੀਤ ਸਿੰਘ ਉਹਨਾਂ ਨੇ ਵੀ ਇਹ ਮੰਗ ਕੀਤੀ ਸੀ ਜਦ BSF ਨੂੰ 50 ਕਿਲੋਮੀਟਰ ਦਾ ਦਾਇਰਾ ਵਧਾਇਆ ਗਿਆ ਸੀ ਕਿ ਬਾਰਡਰ ਏਰੀਆ ਦੇ ਵਿੱਚ ਇਸ ਤਰੀਕੇ ਦੇ ਟੈਕਸ ਬੈਨੀਫਿਟ ਦੇਣ ਦੀ ਲੋੜ ਹੈਗੀ ਹੈ। ਇਹ ਇੱਕ ਬੜੀ ਵੱਡੀ ਮੰਗ ਪੰਜਾਬ ਦੀ ਐਕਸੈਪਟ ਹੋ ਜਾਂਦੀ ਸੀ ਜੇ ਇਦਾਂ ਦਾ ਕੱਲ ਅਨਾਉਂਸਮੈਂਟ ਹੋ ਜਾਂਦੀ। ਇਸ ਤੋਂ ਵੀ ਅੱਗੇ ਜਾਓਗੇ ਨਾ ਤੁਸੀਂ ਹੈਰਾਨ ਹੋਵੋਗੇ ਜੋ ਉਹਨਾਂ ਦੇ ਪਟਾਰੇ 'ਚ ਸੀ, ਜੇ ਇਹ 100% ਸੱਚ ਮੰਨ ਲਈਏ। ਮੈਂ ਇਹਦੀ ਜ਼ਿੰਮੇਵਾਰੀ ਲੈ ਰਿਹਾ ਕਿਉਂਕਿ ਮੈਂ ਜਿੰਨਾ ਸੋਰਸਸ ਤੋਂ ਇਹ ਕੱਢੀ ਆ ਔਰ ਉਹ ਬੜੇ ਜ਼ਿੰਮੇਵਾਰ ਆ, ਮੈਂ ਪੂਰੀ ਜ਼ਿੰਮੇਵਾਰੀ ਨਾਲ ਕਹਿ ਰਿਹਾ ਕਿ ਇਹ ਦਿਲਚਸਪ ਵੀ ਬਹੁਤ ਆ। ਭਾਸਕਰ ਸਾਹਿਬ, ਦੂਜੀ ਗੱਲ ਸੀਗੀ ਕਿ ਪੰਜਾਬ ਦੇ ਵਿੱਚ ਇੱਕ IT ਹੱਬ ਵਿਕਸਿਤ ਕਰਨੀ ਪੂਨੇ ਔਰ ਬੰਗਲੌਰ ਦੀ ਤਰਜ਼ ਤੇ, ਇਹ ਪੰਜਾਬ ਦੇ ਰੁਜ਼ਗਾਰ ਦੇ ਨਜ਼ਰੀਏ ਤੋਂ ਬੜੀ ਵੱਡੀ ਗੱਲ ਹੁੰਦੀ। ਮੰਡੀ ਗੋਬਿੰਦਗੜ੍ਹ ਨੂੰ ਸਟੀਲ ਇੰਡਸਟਰੀ ਹੱਬ ਵਜੋਂ ਵਿਕਸਿਤ ਕਰਨ ਦਾ ਐਲਾਨ ਹੋਣਾ ਸੀ। 3 ਸੈਟੇਲਾਈਟਸ। ਰੰਧਾਵਾ ਜੀ, ਜਿੱਥੇ ਤੱਕ IT ਹੱਬ ਦੀ ਗੱਲ ਹੈ ਨਾ, ਤੇ ਪੰਜਾਬ ਦੇ ਵਿੱਚ ਬੇਰੋਜ਼ਗਾਰੀ ਦੇ ਮੁੱਦੇ ਤੇ ਵੱਖ-ਵੱਖ ਪਾਰਟੀਆਂ ਰਾਜਨੀਤੀ ਕਰਦੀ ਰਹੀਆਂ। ਜੇ ਪੰਜਾਬ ਦੇ ਵਿੱਚ ਵਾਕਈ IT ਹੱਬ ਕਰਕੇ 1-2 ਸਿਟੀ ਵੀ ਡਿਵੈਲਪ ਹੋ ਜਾਣ ਨਾ, ਤੇ ਮੈਨੂੰ ਇਹ ਲੱਗਦਾ ਹੈ ਕਿ ਪੰਜਾਬ ਦਾ ਜਿਹੜਾ ਆਰਥਿਕ ਸੰਕਟ ਹੈ ਉਹ ਔਰ ਬੇਰੋਜ਼ਗਾਰੀ ਦਾ ਸੰਕਟ ਹੈ ਉਹ ਦੋਨੋਂ ਨਾਲ ਦੇ ਨਾਲ ਹੱਲ ਹੋ ਜਾਂਦੀ। ਔਰ ਇਹ ਬੜੀ ਵਧੀਆ ਅਨਾਉਂਸਮੈਂਟ ਸੀ ਜਿਹੜੀ ਪ੍ਰਧਾਨ ਮੰਤਰੀ ਕਰਦੇ। ਮੰਡੀ ਗੋਬਿੰਦਗੜ੍ਹ 'ਚ ਸਟੀਲ ਇੰਡਸਟਰੀ ਹੱਬ ਔਰ ਨਾਲ 3 ਸੈਟੇਲਾਈਟ ਸੈਂਟਰ PGI ਦੇ, ਇੱਕ ਦੁਆਬੇ 'ਚ, ਇੱਕ ਮਾਝੇ 'ਚ ਔਰ ਇੱਕ ਮਾਲਵੇ 'ਚ। ਇਹ 3 PGI ਦੇ ਸੈਟੇਲਾਈਟ ਸੈਂਟਰ ਹੋਣੇ ਸੀਗੇ ਅਨਾਉਂਸ। ਇਸ ਤੋਂ ਅਗਲੀ ਗੱਲ ਜਿਹੜੀ ਆ ਰਹੀ ਹੈ ਕਿ ਸਭ ਤੋਂ ਅਹਿਮ ਸਵਾਲ ਅੱਤਵਾਦ ਵੇਲੇ ਦਾ, ਖਾੜਕੂਵਾਦ ਵੇਲੇ ਦਾ, ਟੈਰਰਿਜ਼ਮ ਵੇਲੇ ਦਾ ਕੋਈ 25,000 ਕਰੋੜ ਦਾ ਵਿਆਜ
ਕਰਜ਼ਾ ਜਿਹੜਾ ਉਸ ਵੇਲੇ ਦਾ ਸੀ ਉਹਦਾ ਵਿਆਜ ਮੈਨੂੰ ਨਹੀਂ ਪਤਾ ਉਹ ਮਾਫ ਹੋਇਆ ਕੀ ਹੋਇਆ। ਗੁਜਰਾਲ ਸਾਹਿਬ ਵੇਲੇ ਬੜੀ ਗੱਲ ਚੱਲਦੀ ਰਹੀ, ਲੇਕਿਨ ਉਹ 25 ਕਰੋੜ ਯਕਮੁਸ਼ਤ ਅਨਾਉਂਸਮੈਂਟ ਹੋਣੀ ਸੀ ਪ੍ਰਧਾਨ ਮੰਤਰੀ ਦੀ ਉਸ ਲਿਸਟ ਵਿੱਚ ਜਿਹੜੀ ਅਨਾਉਂਸਮੈਂਟਸ ਵਾਲੀ ਆ, ਕਿ ਉਹ ਮਾਫ ਹੋਣਾ ਸੀ 25,000 ਕਰੋੜ। ਔਰ ਅੰਮ੍ਰਿਤਸਰ ਤੋਂ ਇੰਟਰਨੈਸ਼ਨਲ ਫਲਾਈਟਸ ਦੇ ਬਾਰੇ ਚ ਇੱਕ ਅਨਾਉਂਸਮੈਂਟ ਸੀ ਕਿ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਤੇ ਸਾਰੇ ਯੂਰਪੀਅਨ ਮੁਲਕਾਂ ਨੂੰ ਦਿੱਲੀ ਦੀ ਤਰਜ਼ ਤੇ, ਦਿੱਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਤਰਜ਼ ਤੇ ਡਾਇਰੈਕਟ ਫਲਾਈਟਸ ਦਾ ਇੱਕ ਅਨਾਉਂਸਮੈਂਟ ਦਾ ਪੈਕੇਜ ਸੀਗਾ ਜਿਹੜਾ ਪ੍ਰਧਾਨ ਮੰਤਰੀ ਐਲਾਨ ਕਰਨ ਵਾਲੇ ਸੀ। ਆਨੰਦਪੁਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਤੇ ਪਲੱਸ ਨਾਲ ਦੀ ਨਾਲ ਉਹਦੀ ਡਿਵੈਲਪਮੈਂਟ ਲਈ ਇੱਕ ਵੱਡਾ ਪੈਕੇਜ ਐਲਾਨਿਆ ਜਾਣਾ ਸੀਗਾ। ਮੈਂ ਕਾਲੀ ਕਰਾਂ ਕਿਉਂਕਿ ਕਾਫੀ ਸਮਾਂ ਹੋ ਗਿਆ। ਔਰ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਕੋਲ ਬਿਲਕੁਲ ਇੱਕ ਮਿਊਜ਼ੀਅਮ ਪ੍ਰਸਤਾਵਿਤ ਸੀ ਜਿਹਦੀ ਅਨਾਉਂਸਮੈਂਟ ਹੋਣੀ ਸੀਗੀ, ਔਰ ਉਹ ਗੁਰੂ ਨਾਨਕ ਸਾਹਿਬ ਨਾਲ ਸੰਬੰਧਿਤ, ਗੁਰਬਾਣੀ ਨਾਲ ਸੰਬੰਧਿਤ ਇੱਕ ਕਾਫੀ ਵੱਡਾ ਪ੍ਰੋਜੈਕਟ ਜਿਹੜਾ ਸੀ। ਇਹਦੀ ਲਾਗਤ ਵੀ ਹੈ, ਮੈਂ ਉਹਨੂੰ ਅਨਾਉਂਸ ਨਹੀਂ ਕਰ ਰਿਹਾ। ਤੇ ਜਿਹੜਾ ਮੁਹਾਲੀ ਵਾਲਾ 에ਅਰਪੋਰਟ ਆ, ਚੰਡੀਗੜ੍ਹ, ਜਿਹਨੂੰ ਚੰਡੀਗੜ੍ਹ 에ਅਰਪੋਰਟ ਕਹਿੰਦੇ ਆ, ਉਹਦਾ ਨਾਂ ਸ਼ਹੀਦ ਭਗਤ ਸਿੰਘ, ਜਿਹੜਾ 에ਅਰਪੋਰਟ ਆ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਉਹ ਅਨਾਉਂਸਮੈਂਟ ਹੋਣੀ ਸੀ ਮੁਹਾਲੀ ਵਾਲਾ 에ਅਰਪੋਰਟ, ਕਿਉਂਕਿ ਇਹ ਬੜਾ ਵਿਵਾਦ ਚੱਲਿਆ ਸੀ। ਹਰਿਆਣੇ ਨੇ ਵੀਟੋ ਕਰਤਾ ਸੀ, ਤੁਹਾਨੂੰ ਯਾਦ ਹੋਣਾ ਸ਼ੁਰੂ ਚ ਵੀ ਇਹ ਗੱਲ ਚੱਲੀ ਸੀ। ਪ੍ਰਧਾਨ ਮੰਤਰੀ ਨੇ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਮੁਹਾਲੀ ਵਾਲਾ 에ਅਰਪੋਰਟ ਐਲਾਨ ਕਰਨਾ ਸੀ, ਨਾਮਕਰਨ ਕਰਨਾ ਸੀ। ਹਲਵਾਰੇ ਦਾ ਜਿਹੜਾ 에ਅਰਪੋਰਟ ਆ ਡੋਮੈਸਟਿਕ ਹੈ ਸ਼ਾਇਦ ਜਾਂ ਆਰਮੀ ਦਾ ਹੈ, ਉਹ ਕਰਤਾਰ ਸਿੰਘ ਸਰਾਭਾ ਦੇ ਨਾਂ ਤੇ ਅਨਾਉਂਸਮੈਂਟ ਹੋਣੀ ਸੀ। ਹਲਵਾਰੇ ਵਾਲੇ 에ਅਰਪੋਰਟ ਦੀ ਕਰਤਾਰ ਸਿੰਘ ਸਰਾਭਾ ਦੇ ਨਾਂ ਤੇ ਅਨਾਉਂਸਮੈਂਟ ਹੋਣੀ ਸੀ। 3 ਬੰਦੀ ਸਿੱਖਾਂ ਦੀ ਰਿਹਾਈ, ਮੈਨੂੰ ਬਿਲਕੁਲ ਮੈਂ ਉਹਨਾਂ ਦਾ ਨਾਂ ਨਹੀਂ ਲੈ ਰਿਹਾ ਕਿਉਂਕਿ ਮੇਰੇ ਕੋਲ ਇਹ ਟੁੱਟਵੀਂ ਇਨਫੋਰਮੇਸ਼ਨ ਹੈ, ਲੇਕਿਨ ਉਸ ਲਿਸਟ ਵਿੱਚ 3 ਬੰਦੀ ਸਿੱਖਾਂ ਦੀ, ਵੱਡੇ ਬੰਦੀ ਸਿੱਖਾਂ ਦੀ ਰਿਹਾਈ ਦਾ ਜ਼ਿਕਰ ਹੈ। ਆਪਾਂ ਅੱਗੇ ਜਾ ਕੇ ਗੱਲ ਕਰਾਂਗੇ। ਅਤਿਮ ਸਵਾਲ ਇੱਕ ਉਹਦੇ ਉਸ ਲਿਸਟ ਵਿੱਚ ਇੱਕ ਹੋਰ ਜ਼ਿਕਰ ਹੈ ਕਿ ਬੈਰਕਾਂ 84 ਵੇਲੇ ਬੈਰਕਾਂ ਛੱਡਣ ਵਾਲੇ ਫੌਜੀਆਂ ਲਈ, ਜਿਨ੍ਹਾਂ ਨੂੰ ਆਪਾਂ ਧਰਮੀ ਫੌਜੀ ਵੀ ਕਹਿੰਦੇ ਆ, ਜਿਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਬਹੁਤ ਮੌਕਿਆਂ ਦੇ ਉੱਤੇ ਨੌਕਰੀਆਂ ਵੀ ਦਿੱਤੀਆਂ, ਮਦਦ ਕਰਦੀ ਆਈ ਆ, ਉਹ ਬਹੁਤ ਮੁਸ਼ਕਲ ਦੌਰ ਸੀਗਾ। 84 ਵੇਲੇ ਬੈਰਕਾਂ ਛੱਡਣ ਵਾਲੇ ਫੌਜੀਆਂ ਦੀ ਜਿਹੜੀ ਪੈਨਸ਼ਨ ਰਿਸਟੋਰ ਕਰਨੀ ਸੀ, ਮੁੜ ਕੇ ਉਹਨਾਂ ਨੂੰ ਪੈਨਸ਼ਨ ਦੇਣ ਦਾ ਇੱਕ ਅਨਾਉਂਸਮੈਂਟ ਸੀ। ਔਰ 5000 ਕਰੋੜ ਦਾ ਕ੍ਰੌਪ ਡਾਇਵਰਸਿਫਿਕੇਸ਼ਨ ਦਾ ਡੀਬੀਟੀ ਰਾਹੀਂ ਡਾਇਰੈਕਟ ਖਾਤਿਆਂ ਦੇ ਵਿੱਚ, ਕਿਸਾਨਾਂ ਦੇ ਖਾਤਿਆਂ ਦੇ ਵਿੱਚ 5000 ਕਰੋੜ ਦੀ ਅਨਾਉਂਸਮੈਂਟ ਹੋਣੀ ਸੀ ਕ੍ਰੌਪ ਡਾਇਵਰਸਿਫਿਕੇਸ਼ਨ ਲਈ। ਜਿਹੜੇ ਲੋਕ ਝੋਨੇ, ਕਣਕ ਦੇ ਫਸਲੀ ਚੱਕਰ ਤੋਂ ਬਾਹਰ ਆਉਂਦੇ, ਉਹਨਾਂ ਲਈ ਇੱਕ 5000 ਕਰੋੜ ਦੀ ਅਨਾਉਂਸਮੈਂਟ ਸੀ, ਲਿਸਟ ਵਿੱਚ ਹੈ। ਔਰ ਤਾਰੋਂ ਪਾਰ ਜ਼ਮੀਨ ਵਾਲੀ, ਜਿਹੜੀ ਬਾਰਡਰ ਦੇ ਨਾਲ ਤਾਰ ਆ, ਉਹਦੇ ਪਰਲੇ ਪਾਸੇ ਦੀ ਜ਼ਮੀਨ ਦੇ ਜਿੱਥੇ ਇੰਤਕਾਲ ਕਿਸਾਨਾਂ ਨੂੰ ਨਹੀਂ ਹੋਏ, ਜਿੱਥੇ ਹੱਕ ਨਹੀਂ ਸੀ ਮਿਲੇ ਮਾਲਕੀ ਦੇ, ਉਹ ਹੱਕ ਦੀ ਅਨਾਉਂਸਮੈਂਟ ਹੋਣੀ ਸੀ ਕਿ ਇਹਨਾਂ ਦੇ ਇੰਤਕਾਲ ਕਿਸਾਨਾਂ ਦੇ ਨਾਂ ਤੇ ਚਾੜੇ ਜਾਣ। ਫਿਰੋਜ਼ਪੁਰ ਦੇ ਵਿੱਚ ਇੱਕ ਸਪੋਰਟਸ ਅਥਾਰਟੀ ਆਫ ਇੰਡੀਆ ਵੱਲੋਂ ਸੈਂਟਰ ਵਿਕਸਿਤ ਕੀਤਾ ਜਾਣਾ ਸੀਗਾ, ਇਹ ਫਿਰੋਜ਼ਪੁਰ ਦੇ ਵਿੱਚ। ਯਸ, ਔਰ ਇਹਦੇ ਨਾਲ ਹੀ ਹੁਸ਼ਿਆਰਪੁਰ ਦੇ ਵਿੱਚ, ਹੁਸ਼ਿਆਰਪੁਰ ਔਰ ਬਠਿੰਡਾ ਦੇ ਵਿੱਚ ਇੱਕ ਸਕਿੱਲ ਡਿਵੈਲਪਮੈਂਟ ਸੈਂਟਰ ਉਹ ਲਿਸਟ ਵਿੱਚ ਸ਼ਾਮਲ ਸੀ। ਹੁਸ਼ਿਆਰਪੁਰ ਔਰ ਬਠਿੰਡਾ ਦੇ ਵਿੱਚ ਸਕਿੱਲ ਡਿਵੈਲਪਮੈਂਟ ਸੈਂਟਰ। ਔਰ ਇੱਕ ਮੇਰਾ ਸਿਰ ਝੁਕਦਾ, ਇਹ ਇਨਫੋਰਮੇਸ਼ਨ ਮੇਰੇ ਕੋਲ ਪਹਿਲਾਂ ਵੀ ਸੀ, ਦਿੱਲੀ ਦੇ ਇੱਕ ਵੱਡੇ ਸਿੱਖ ਨੇ ਮੈਨੂੰ ਦਿੱਤੀ ਸੀਗੀ, ਜਿਹੜੇ ਰਾਜ ਸਭਾ ਦੇ ਮੈਂਬਰ ਰਹੇ ਆ, ਔਰ ਬਹੁਤ ਸਾਰੇ ਲੋਕ ਤਾਂ ਸਮਝ ਹੀ ਜਾਣਗੇ। ਮੈਨੂੰ ਉਹਨਾਂ ਨੇ ਦੱਸਿਆ ਸੀਗਾ ਕਿ ਇਸ ਮਾਮਲੇ 'ਚ ਕੁਝ ਰਿਕਮੈਂਡੇਸ਼ਨ ਮੰਗੀਆਂ ਗਈਆਂ ਸੀ। ਸਾਹਿਬਜ਼ਾਦਿਆਂ ਦਾ, ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦਿਆਂ ਦਾ, 4 ਸਾਹਿਬਜ਼ਾਦਿਆਂ ਦਾ ਸਾਡੀ ਜ਼ਿੰਦਗੀ ਦੇ ਵਿੱਚ, ਸਾਡੇ ਕਲਚਰ ਦੇ ਵਿੱਚ, ਸਾਡੀ ਧਾਰਮਿਕ ਮਾਨਤਾ ਦੇ ਵਿੱਚ, ਸਾਡੇ ਰਹੁ ਰੀਤਾਂ ਦੇ ਵਿੱਚ, ਸਾਡੇ ਜੀਵਨ ਦੇ ਵਿੱਚ ਬੜਾ ਵੱਡਾ ਸਥਾਨ ਹੈ। ਇਸ ਤੋਂ ਵੱਡੀ ਕੋਈ ਕੁਰਬਾਨੀ ਨਹੀਂ ਹੋ ਸਕਦੀ। ਗੁਰੂ ਗੋਬਿੰਦ ਸਿੰਘ ਨੇ ਜਿਸ ਤਰੀਕੇ ਨਾਲ ਪਰਿਵਾਰ ਸਰਬੰਸ ਨਿਸ਼ਾਵਰ ਕੀਤਾ ਸੀ, ਪ੍ਰਧਾਨ ਮੰਤਰੀ ਟ੍ਰਿਬਿਊਟ ਭੇਟ ਕਰਨਾ ਚਾਹੁੰਦੇ ਸੀਗੇ। ਨੈਸ਼ਨਲ ਬਰੇਵਰੀ ਡੇ ਅਨਾਉਂਸ ਹੋਣਾ ਸੀਗਾ ਸਾਹਿਬਜ਼ਾਦਿਆਂ ਦੀ ਯਾਦ ਵਿੱਚ। ਔਰ ਸਭ ਤੋਂ ਵੱਡੀ ਗੱਲ ਕਿ ਇੱਕ ਅਵਾਰਡ, ਐਨੂਅਲ ਸਾਲਾਨਾ ਅਵਾਰਡ ਘੋਸ਼ਿਤ ਕੀਤਾ ਜਾਣਾ ਸੀਗਾ ਸਾਹਿਬਜ਼ਾਦਿਆਂ ਨੂੰ ਲੈ ਕੇ। ਦੇਸ਼ ਦੇ ਵਿੱਚ ਇਹ ਇੱਕ ਸਨਮਾਨ ਹੋਣਾ ਸੀ, ਅਵਾਰਡ ਦੇ ਰੂਪ ਦੇ ਵਿੱਚ ਹਰ ਸਾਲ ਇਹ ਦਿੱਤਾ ਜਾਇਆ ਕਰਨਾ ਸੀਗਾ। ਔਰ ਨੈਸ਼ਨਲ ਬਰੇਵਰੀ ਡੇ ਪੂਰੇ ਦੇਸ਼ ਵਿੱਚ, ਸ਼ਾਇਦ ਇਸ ਦਿਨ ਕੋਈ ਛੁੱਟੀ ਦਾ ਵੀ ਸੰਕਲਪ ਹੁੰਦਾ ਜਾਂ ਇਹਨੂੰ ਕਿਸੇ ਤਰੀਕੇ ਨਾਲ ਸੈਲੀਬ੍ਰੇਟ ਜਾਂ ਕੁਝ ਵੀ ਕਰਨ ਦਾ, ਉਹ ਮੈਨੂੰ ਨਹੀਂ ਪਤਾ ਉਹਦੇ ਅੰਦਰ ਕੀ ਸੀਗਾ। ਲੇਕਿਨ ਇਹਦੇ ਨਾਲ ਹੀ 400 ਸਾਲਾ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜਾ ਅਸੀਂ ਹੁਣੇ ਉਹਨਾਂ ਦਾ ਕਰ ਰਹੇ ਆ, ਪੁਰਬ ਕਰ ਰਹੇ ਆ, ਉਹਦੇ ਵਿੱਚ ਜਿਹੜਾ ਕਟੜਾ ਦਿੱਲੀ ਮਾਰਗ ਸੀ, ਐਕਸਪ੍ਰੈਸ ਵੇ, ਉਹਦੇ ਵਿੱਚ ਪੰਜਾਬ ਵਾਲੇ ਹਿੱਸੇ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਂ ਨਾਲ ਨਾਮਕਰਨ ਕੀਤਾ ਜਾਣਾ ਸੀਗਾ। ਦਿੱਲੀ ਕਟੜਾ ਐਕਸਪ੍ਰੈਸ ਹਾਈਵੇ ਜਿਹੜਾ ਹੈ ਉਹਦੀ। ਔਰ ਆਰਮੀ ਦੇ ਵਿੱਚ ਪੰਜਾਬ ਦਾ ਫਿਕਸ ਕੋਟਾ, ਜਿਹੜੀ ਸਾਡੀ ਬੜੀ ਪੁਰਾਣੀ ਮੰਗ ਸੀ ਲੇਕਿਨ ਕੋਈ ਕੰਨ ਨਹੀਂ ਸੀ ਧਰਦਾ, ਪੁਰਾਣੇ ਸਮੇਂ 'ਚ ਵਾਪਸ ਲੈ ਲਿਆ ਗਿਆ ਸੀ। ਸ਼ੁਰੂਆਤ 'ਚ ਦੇਸ਼ ਦੀ ਆਜ਼ਾਦੀ ਤੋਂ ਬਾਅਦ ਫਿਕਸ ਕੋਟਾ ਸੀ ਪੰਜਾਬ ਦਾ, ਜਿਹੜਾ ਘਟਦਾ ਬਹੁਤ ਛੋਟਾ ਰਹਿ ਗਿਆ, ਉਹਦਾ ਐਲਾਨ ਕੀਤਾ ਜਾਣਾ ਸੀ।
ਇੱਕ ਹੋਰ ਵੱਡੀ ਗੱਲ, ਅਸੀਂ ਚੰਡੀਗੜ੍ਹ ਪੰਜਾਬ ਨੂੰ ਦੇਣ ਦੀ ਗੱਲ ਕਰਦੇ ਰਹੇ, ਲੇਕਿਨ ਉਹ ਤਾਂ ਬਿਲਕੁਲ ਨਹੀਂ ਸੀ, ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੀ। ਲੇਕਿਨ ਯੂਟੀ ਦੇ ਵਿੱਚ ਪੰਜਾਬ ਦੇ ਅਫਸਰਾਂ ਦੀ ਨਿਯੁਕਤੀ, ਇਹ ਬੜਾ ਵੱਡਾ ਮਾਮਲਾ। ਅਨਾਉਂਸਮੈਂਟ ਹੋਣੀ ਸੀ ਕਿ ਯੂਟੀ ਦੇ ਵਿੱਚ ਪੰਜਾਬ ਦੇ ਅਫਸਰ ਬਹੁ ਗਿਣਤੀ 'ਚ ਹੋਣਗੇ, ਸ਼ਾਇਦ ਉਹ 60% ਵਾਲਾ ਕੋਟਾ ਬਹਾਲ ਕਰਨ ਦਾ ਜਾਂ ਉਸ ਤੋਂ ਵੀ ਜ਼ਿਆਦਾ। ਇਹਦੇ ਵਿੱਚ ਸਿੱਧਾ ਸਿੱਧਾ ਲਿਖਿਆ ਗਿਆ ਕਿ ਯੂਟੀ ਦੇ ਵਿੱਚ ਪੰਜਾਬ ਦੇ ਅਫਸਰਾਂ ਦੀਆਂ ਨਿਯੁਕਤੀਆਂ ਤੇ ਜਿਹੜੀਆਂ ਹਾਂਜੀ ਉਹ ਸਾਰੀਆਂ ਸੀਗੀਆਂ। ਬਾਰਡਰ ਪਾਰ ਦੀਆਂ ਜ਼ਮੀਨਾਂ ਦਾ ਇੱਕ ਹੋਰ ਪਹਿਲੂ ਆ, 3-4 ਸਾਲ ਤੋਂ ਬਾਰਡਰ ਪਾਰ ਦੀਆਂ ਜ਼ਮੀਨਾਂ, ਤਾਰੋਂ ਪਾਰ ਦੀਆਂ ਜ਼ਮੀਨਾਂ ਨੂੰ ਕੰਪਨਸੇਸ਼ਨ ਨਹੀਂ ਮਿਲੀ, ਉਹਨਾਂ ਲੋਕਾਂ ਨੂੰ ਮੁਆਵਜ਼ੇ ਨਹੀਂ ਮਿਲੇ ਜਿਹੜੇ ਅਨਾਉਂਸ ਹੋਏ ਸੀਗੇ, ਪਤਾ ਨਹੀਂ 6000 ਜਾਂ ਕਿੰਨੇ ਉਹ ਹੁੰਦਾ ਹੈ ਸਾਲ ਦਾ, ਉਹਦੀ ਸਾਲਾਨਾ ਕੰਪਨਸੇਸ਼ਨ ਦਾ ਇੱਕ ਅਨਾਉਂਸਮੈਂਟ ਹੋਣੀ ਸੀ ਕਿ ਹਰ ਸਾਲ ਇਸ ਡੇਟ ਦੇ ਵਿੱਚ ਜਾਂ ਇਹਨਾਂ ਤਰੀਕਾਂ 'ਚ ਡਾਇਰੈਕਟ ਖਾਤਿਆਂ ਦੇ ਵਿੱਚ ਜਾਂ ਜੋ ਵੀ ਉਹਨਾਂ ਦਾ ਤਰੀਕਾ ਸੀ ਇਹ ਹੋਣੀ ਸੀ। ਔਰ ਆਦਮਪੁਰ, ਬਠਿੰਡਾ ਤੇ ਲੁਧਿਆਣੇ ਦੇ ਜਿਹੜੇ 에ਅਰਪੋਰਟ ਹੈ ਡੋਮੈਸਟਿਕ, ਉਹਨਾਂ ਦੀਆਂ ਫਲਾਈਟਾਂ ਨੂੰ ਰਿਸਟੋਰ ਕਰਨਾ, ਇਹ ਜਿਹੜੀ ਮੇਰੇ ਕੋਲ ਲਿਸਟ ਆ ਉਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਸੀ। ਹੁਣ ਅਸੀਂ ਇਹਦੇ 'ਚ ਕਿੰਨਾ ਕੁਝ ਗਵਾਇਆ ਜਾਂ ਨਹੀਂ ਗਵਾਇਆ, ਪ੍ਰਧਾਨ ਮੰਤਰੀ ਸਾਹਿਬ ਦਾ ਇਹ ਅਨਾਉਂਸਮੈਂਟਸ ਨਾਲ ਪੰਜਾਬ ਨੂੰ ਕੀ ਫਾਇਦਾ ਹੋਣਾ ਸੀ, ਮੈਨੂੰ ਕੁਝ ਨਹੀਂ ਪਤਾ। ਪਰ ਭਾਸਕਰ ਸਾਹਿਬ, ਮੈਂ ਇਹ ਜਦੋਂ ਮੇਰੇ ਕੋਲ ਆਈ ਹੈ ਮੈਂ ਸੁੰਨ ਹੋਇਆ। ਸਾਡੀ ਇਹ ਛੋਟੀਆਂ ਛੋਟੀਆਂ ਗਲਤੀਆਂ ਨੇ, ਅਸੀਂ ਬਹਿਸਾਂ 'ਚ ਪੈ ਗਏ, ਅਸੀਂ ਪਪੂਲਰ ਥਾਟਸ ਦੇ ਨਾਲ ਜਾਂਦੇ ਹਾਂ, ਅਸੀਂ ਅਣਖ ਦੀਆਂ ਗੱਲਾਂ ਕਰਦੇ ਹਾਂ, ਪਰ ਸਾਨੂੰ ਬਹੁਤ ਕੁਝ ਅਜੇ ਸੋਚਣਾ ਪਊਗਾ। ਅਸੀਂ ਜਿਸ ਸਮਾਜ ਵਿੱਚ ਰਹਿ ਰਹੇ ਹਾਂ ਉਹਦੇ ਵਿੱਚ ਅਸੀਂ ਇੱਕ ਵੱਡੇ ਖਿੱਤੇ ਦਾ ਇੱਕ ਛੋਟਾ ਹਿੱਸਾ ਵੀ ਹਾਂ। ਅਸੀਂ ਇਸ ਦੇਸ਼ ਦੇ ਵਿੱਚ ਰਹਿੰਦੇ ਹਾਂ, ਉੱਥੋਂ ਦੇ ਸੰਵਿਧਾਨ ਦੀ ਪਾਲਣਾ ਵੀ ਕਰਦੇ ਹਾਂ, ਅਸੀਂ ਉਹ ਸਾਰੀਆਂ ਰੋਹ ਰੀਤਾਂ ਦਾ ਪਾਲਣ ਕਰਦੇ ਹਾਂ ਜਿਹਦੀ ਦੇਸ਼ ਕਰਦਾ ਹੈ। ਅਸੀਂ ਦੇਸ਼ ਲਈ ਜਿਉਂਦੇ ਮਰਨੇ ਆ, ਲੜਦੇ ਵੀ ਹਾਂ, ਖੜਗ ਭੁਜਾ ਵੀ ਕਹਿੰਦੇ ਆ, ਅਸੀਂ ਅੰਨ ਵੀ ਦਿੱਤਾ, ਅਸੀਂ ਸਾਰਾ ਕੁਝ ਕੀਤਾ ਤੇ ਬਾਅਦ ਦੇ ਵਿੱਚ ਅਸੀਂ ਲੜ ਪੈਂਦੇ ਆ। ਕਿਉਂ ਇੰਜ ਕਰਦੇ ਆ? ਇਹ ਵੱਡੇ ਸਵਾਲ ਨੇ। ਮੈਂ ਬਹੁਤ ਬੋਲ ਹੋਇਆ, ਹੁਣ ਤੁਸੀਂ ਦੱਸੋ। ਰੰਧਾਵਾ ਜੀ, ਇਹਦੇ ਵਿੱਚ ਅਗਰ 3 ਡਿਮਾਂਡਾਂ ਨੂੰ ਖਾਸ ਕਰਕੇ ਦੇਖੋ, ਇੱਕ ਤੇ ਬੰਦੀ ਛੱਡਣ ਵਾਲੀ ਮੰਗ, ਐਸਜੀਪੀਸੀ ਨੇ ਕੁਝ ਦਿਨ ਪਹਿਲੇ ਲੈਟਰ ਲਿਖਿਆ ਸੀਗਾ, ਉਸ ਲੈਟਰ ਦੇ ਵਿੱਚ ਕੁਝ ਬੰਦੀਆਂ ਨੂੰ ਛੱਡਣ ਦੀ ਇੱਕ ਮੰਗ ਕੀਤੀ ਸੀਗੀ ਜੀ। ਇਸ ਮੰਗ ਨੂੰ ਤੁਸੀਂ ਉਸ ਤੋਂ ਕਨੈਕਟ ਕਰਕੇ ਦੇਖੋ। ਦੂਜੇ ਪਾਸੇ ਰਾਣਾ ਗੁਰਮੀਤ ਸੋਢੀ ਜਿਹੜੇ ਹੁਣੇ ਭਾਜਪਾਈ ਬਣੇ ਨੇ, ਉਹਨਾਂ ਨੇ ਵੀ ਮੰਗ ਕੀਤੀ ਸੀ ਕਿ ਮੋਹਾਲੀ 에ਅਰਪੋਰਟ ਦਾ ਨਾਂ ਸ਼ਹੀਦ ਭਗਤ ਸਿੰਘ 에ਅਰਪੋਰਟ ਰੱਖਿਆ ਜਾਏ। ਉਹ ਵੀ ਇਸ ਅਨਾਉਂਸਮੈਂਟ ਦੇ ਵਿੱਚ ਤੁਸੀਂ ਕਿਹਾ ਕਿ ਵੀ ਇਨਕਲੂਡ ਸੀਗੀ। ਉਸ ਤੋਂ ਇਲਾਵਾ ਡਾਈਵਰਸੀਫਿਕੇਸ਼ਨ ਵਾਸਤੇ ਕਈ ਵਾਰ ਕੈਪਟਨ ਅਮਰਿੰਦਰ ਸਿੰਘ ਵੀ ਕਹਿ ਚੁੱਕੇ ਨੇ ਕਿ ਕੁਝ ਫੰਡ ਸੈਂਟਰ ਦੇ ਤੇ ਉਹਦੇ ਨਾਲ ਆਪਾਂ ਡਾਈਵਰਸੀਫਿਕੇਸ਼ਨ, ਝੋਨੇ ਤੇ ਕਣਕ ਦੇ ਵਿਸ਼ੇ ਸਰਕਲ ਤੋਂ ਆਪਾਂ ਕਿਸਾਨਾਂ ਨੂੰ ਕਿੱਦਾਂ ਕੱਢੀਏ, ਉਹਦਾ ਇੱਕ ਪ੍ਰੋਵੀਜ਼ਨ ਰੱਖਿਆ ਗਿਆ ਸੀ। ਕਿਉਂਕਿ ਡਾਈਵਰਸੀਫਿਕੇਸ਼ਨ ਦੇ ਨਾਂ ਤੇ 100-200 ਕਰੋੜ ਤੇ ਹਰ ਸਾਲ ਪੰਜਾਬ ਸਰਕਾਰ ਖਰਚ ਰਹੀ ਹੈ, ਪਰ ਡਾਈਵਰਸੀਫਿਕੇਸ਼ਨ ਦੇ ਨਾਂ ਤੇ ਫੰਡ ਹੀ ਡਾਈਵਰਸੀਫਾਈ ਹੋ ਜਾਂਦੇ ਨੇ, ਕਰੋਪ ਡਾਈਵਰਸੀਫਿਕੇਸ਼ਨ ਕਦੀ ਵੀ ਨਹੀਂ ਹੋਇਆ। ਹੁਣ ਇਹ ਜਿਹੜੀ ਮੰਗਾਂ ਹੈਗੀਆਂ, ਔਰ ਖਾਸ ਕਰਕੇ ਜਿਹੜੀ ਆਈਟੀ ਵਾਲੀ ਤੁਸੀਂ ਗੱਲ ਕਹੀ ਹੈ, ਵਾਕਈ ਪੰਜਾਬ ਦੇ ਵਿੱਚ ਜਦ ਤੱਕ ਸਰਵਿਸ ਇੰਡਸਟਰੀ ਡਿਵੈਲਪ ਨਹੀਂ ਹੋਏਗੀ ਨਾ, ਤਦ ਤੱਕ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਦੇ ਮੁੱਦੇ ਇਲੈਕਸ਼ਨ ਦਰ ਇਲੈਕਸ਼ਨ ਉਦਾਂ ਹੀ ਵੱਧ ਚੜ ਕੇ ਰੇਜ਼ ਕੀਤੇ ਜਾਣਗੇ। ਕਿਉਂਕਿ ਜਿਹੜਾ ਤਰੀਕਾ ਬੇਰੁਜ਼ਗਾਰੀ ਨੂੰ ਦੂਰ ਕਰਨ ਦਾ ਅੱਜ ਤੱਕ ਦੀ ਸਰਕਾਰਾਂ ਨੇ ਕੱਢਿਆ ਕਿ ਮੇਲੇ ਲਾ ਲਓ, 10,000 ਦੀ ਨੌਕਰੀ ਦੇ ਦਿਓ, 5,000 ਦੀ ਨੌਕਰੀ ਦੇ ਦਿਓ, ਉਸ ਤੋਂ ਇਲਾਵਾ ਜਿਹੜੇ ਸਕਿੱਲ ਡਿਵੈਲਪਮੈਂਟ ਸੈਂਟਰ ਦੀ ਗੱਲ ਕਰਦੇ ਹੋ ਤੁਸੀਂ, ਕਾਗਜ਼ਾਂ ਤੇ ਬੜੇ ਖੁੱਲੇ ਨੇ, ਪਰ ਅੱਜ ਤੱਕ ਕੋਈ ਵੀ ਸਕਿੱਲ ਡਿਵੈਲਪ ਨਹੀਂ ਕਰ ਪਾਇਆ ਇਹਨਾਂ ਸੈਂਟਰਾਂ ਤੋਂ। ਪਰ ਬਹੁਤ ਸਾਰੀ ਮੰਗ ਜਿਹੜੀ, ਮੈਂ ਇਸ ਗੱਲ ਤੋਂ ਬਹੁਤ ਖੁਸ਼ ਹਾਂ ਕਿ ਅਗਰ ਵਾਕਈ ਪੰਜਾਬ ਦੇ ਵਿੱਚ 1-2 ਸਿਟੀ, ਤੁਸੀਂ ਤੇ ਪੂਰੇ ਪੰਜਾਬ ਦੀ ਗੱਲ ਕਰ ਰਹੇ ਹੋ, ਮੈਂ ਕਹਿ ਰਿਹਾ 2 ਕੁ ਸਿਟੀ ਵੀ ਅਗਰ ਆਈਟੀ ਹੱਬ ਬਣ ਗਈ ਨਾ, ਤੇ ਪੰਜਾਬ ਸਰਕਾਰ ਦਾ ਆਰਥਿਕ ਸੰਕਟ ਵੀ ਦੂਰ ਹੋਏਗਾ, ਔਰ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਦੀ ਜਿਹੜੀ ਸਮੱਸਿਆ ਹੈਗੀ ਹੈ ਉਹ ਵੀ ਦੂਰ ਹੋ ਜਾਏਗੀ। ਇਹਦੇ ਵਿੱਚ ਭਾਸਕਰ ਸਾਹਿਬ ਇਹ ਨਹੀਂ ਲਿਖਿਆ ਸੀ ਕਿਤੇ ਵੀ ਕਿ ਪੂਰੇ ਪੰਜਾਬ ਲਈ। ਮੈਨੂੰ ਲੱਗਦਾ ਹੈ ਆਈਟੀ ਹੱਬ ਦਾ ਮਤਲਬ 2 ਜਗ੍ਹਾ ਤੇ, ਇੱਕ ਤਾਂ ਮੋਹਾਲੀ ਦੇ ਵਿੱਚ ਆਲਰੇਡੀ ਕੋਈ ਆਈਟੀ ਦਾ ਇਸ ਤਰ੍ਹਾਂ ਦਾ ਸੈਂਟਰ ਪੰਜਾਬ ਸਰਕਾਰ ਵੱਲੋਂ, ਔਰ ਦੂਜੇ ਬੰਨੇ ਅੰਮ੍ਰਿਤਸਰ ਇੱਕ ਇੰਟਰਨੈਸ਼ਨਲ ਡੈਸਟੀਨੇਸ਼ਨ ਵੀ ਹੈ, ਇੰਟਰਨੈਸ਼ਨਲ ਟੂਰਿਜ਼ਮ ਦਾ ਵੀ ਇੱਕ ਹੱਬ ਆ। ਮੇਰਾ ਖਿਆਲ ਆ ਕਿ ਜਿਹੜਾ ਇੰਟਰਨੈਸ਼ਨਲ 에ਅਰਪੋਰਟ ਆ ਸ਼੍ਰੀ ਗੁਰੂ ਰਾਮਦਾਸ 에ਅਰਪੋਰਟ, ਇਹਦੇ ਵਿੱਚ ਵੀ ਇਹ ਇੱਕ ਪਲੱਸ ਪੁਆਇੰਟ ਹੋ ਸਕਦਾ ਸੀ। ਜੇ ਮੋਹਾਲੀ ਔਰ ਅੰਮ੍ਰਿਤਸਰ ਨੂੰ ਵਿਕਸਿਤ ਕੀਤਾ ਜਾਵੇ ਤਾਂ ਬਹੁਤ ਸੰਭਾਵਨਾਵਾਂ ਹੋ ਸਕਦੀਆਂ। ਜੀ ਬਿਲਕੁਲ ਠੀਕ ਕਹਿ ਰਹੇ ਹੋ। ਔਰ ਜੇ ਇੰਟਰਨੈਸ਼ਨਲ 에ਅਰਪੋਰਟ ਜਿਹੜਾ ਅੰਮ੍ਰਿਤਸਰ ਹੈਗਾ, ਉਹਦੇ ਵਿੱਚ ਤੁਸੀਂ ਇਹ ਮੰਗ ਰੱਖੀ, ਮੈਨੂੰ ਲੱਗਿਆ ਕਿ ਦੱਸੀ ਹੈ ਕਿ ਤਕਰੀਬਨ ਸਾਰੇ ਦੇਸ਼ਾਂ ਦੇ ਵਾਸਤੇ ਇੰਟਰਨੈਸ਼ਨਲ ਫਲਾਈਟ ਸ਼ੁਰੂ ਹੋਣਾ। ਜੇ ਇੰਟਰਨੈਸ਼ਨਲ ਫਲਾਈਟਸ ਅੰਮ੍ਰਿਤਸਰ ਤੋਂ ਸ਼ੁਰੂ ਹੋ ਜਾਂਦੀ ਹੈ, ਔਰ ਤਕਰੀਬਨ ਜਿਹੜੀ ਵੱਡੀ ਕੰਟਰੀਜ਼ ਹੈਗੀ ਹੈ ਉੱਥੇ, ਉਹਦੇ ਵਾਸਤੇ ਤੇ ਇਹ ਕਿ ਪੰਜਾਬੀਆਂ ਵਾਸਤੇ ਨਾ ਕੇਵਲ ਸਫ਼ਰ ਆਸਾਨ ਹੋਏਗਾ, ਬਲਕਿ ਆਈਟੀ ਹੱਬ ਅਗਰ ਅੰਮ੍ਰਿਤਸਰ ਸਿਟੀ ਨੂੰ ਬਣਾਉਂਦੇ ਨੇ ਤੇ ਉਹਦੇ ਵਿੱਚ ਬੜੀ ਵੱਡੀ ਸਫਲਤਾ ਪ੍ਰਾਪਤ ਹੋ ਸਕਦੀ ਹੈ। ਮੈਨੂੰ ਇਹ ਲੱਗਦਾ ਹੈ ਕਿ ਇਹ ਬੜੇ ਦੂਰਦਰਸ਼ੀ ਵਾਲੇ ਅੰਦਾਜ਼ ਨਾਲ ਇਹ ਅਨਾਉਂਸਮੈਂਟ ਹੋਣੀ ਸੀਗੀ, ਔਰ ਇਹਦਾ ਫਾਇਦਾ ਪੰਜਾਬ ਨੂੰ ਵਾਕਈ ਹੋਣਾ ਸੀਗਾ, ਬਸ਼ਰਤੇ ਇਹਨਾਂ ਅਨਾਉਂਸਮੈਂਟਸ ਦੇ ਉੱਤੇ
ਇੰਪਲੀਮੈਂਟੇਸ਼ਨ ਹੁੰਦਾ। ਕੀ ਇਹ ਚੋਣਾਂ ਦੇ ਵਾਅਦੇ ਸੀਗੇ ਜਾਂ ਚੋਣ ਮੈਨੀਫੈਸਟੋ ਦੇ ਵਿੱਚ ਇਨਕਲੂਡ ਹੋਣੇ ਸੀ, ਜਾਂ ਇਹਨਾਂ ਮੁੱਦਿਆਂ ਦੇ ਉੱਤੇ ਪੈਕੇਜ ਜਿਹਨੂੰ ਆਪਾਂ ਅਨਾਉਂਸ ਕਰਨ ਦੀ ਗੱਲ ਕਰਦੇ ਹਾਂ? ਕਿਉਂਕਿ ਤੁਹਾਨੂੰ ਯਾਦ ਹੋਏਗਾ ਜਦ ਪ੍ਰਧਾਨ ਮੰਤਰੀ ਬਿਹਾਰ ਦੇ ਵਿੱਚ ਇਲੈਕਸ਼ਨ ਰੈਲੀ ਕਰ ਰਹੇ ਸੀ ਤੇ ਉੱਥੇ ਉਹ ਲੋਕਾਂ ਤੋਂ ਪੁੱਛਦੇ ਸੀ ਵੀ ਕਿਤਨੇ ਕਰੋੜ ਦਾ ਪੈਕੇਜ ਅਨਾਉਂਸ ਕरूं, 100 ਕਰੋੜ, 200 ਕਰੋੜ, 300 ਕਰੋੜ, ਯਾਨੀ ਇੱਕ ਜਿੱਦਾਂ ਬੋਲੀ ਲੱਗਦੀ ਹੈ ਨਾ ਮੰਡੀਆਂ ਦੇ ਵਿੱਚ ਗਾਜਰਾਂ ਦੀਆਂ ਜਾਂ ਸਬਜ਼ੀਆਂ ਦੀਆਂ, ਉਦਾਂ ਉਹ ਅਨਾਉਂਸ ਕਰਕੇ ਗਏ ਸੀ ਪੈਕੇਜ। ਜੇ ਇਹ ਅਨਾਉਂਸਮੈਂਟ ਹੁੰਦੀ ਔਰ ਉਹਨਾਂ ਅਨਾਉਂਸਮੈਂਟਾਂ ਦੇ ਉੱਤੇ ਐਗਜ਼ੀਕਿਊਸ਼ਨ ਹੁੰਦਾ ਤੇ ਵਾਕਈ ਪੰਜਾਬ ਦਾ ਬੜਾ ਵੱਡਾ ਭਲਾ ਹੋ ਸਕਦਾ ਸੀ। ਪ੍ਰਾਈਮ ਮਿਨਿਸਟਰ ਦੀ ਸਿਕਿਉਰਿਟੀ ਦੇ ਵਿੱਚ ਬ੍ਰੀਚ ਹੋਣਾ, ਪ੍ਰਾਈਮ ਮਿਨਿਸਟਰ ਦਾ ਉਸ ਖਾਲੀ ਰੈਲੀ ਨੂੰ ਐਡਰੈਸ ਨਾ ਕਰ ਪਾਣਾ, ਉਹ ਆਪਣੇ ਆਪ ਵਿੱਚ ਮੈਨੂੰ ਇਹ ਲੱਗਦਾ ਹੈ ਕਿ ਪੰਜਾਬ ਵਾਸਤੇ ਘਾਟਾ ਤੇ ਹੈਗਾ ਹੀ ਹੈ। ਔਰ ਨਾਲ ਦੇ ਨਾਲ ਹੁਣ ਜੇ ਪ੍ਰਧਾਨ ਮੰਤਰੀ ਵਾਕਈ ਪੰਜਾਬ ਦਾ ਭਲਾ ਚਾਹੁੰਦੇ ਨੇ ਤੇ ਆ ਜਿਹੜੀ ਅਨਾਉਂਸਮੈਂਟਾਂ ਵਾਲਾ ਬੈਗ ਵਾਪਸ ਲੈ ਕੇ ਗਏ ਨੇ ਨਾ, ਉਹ ਘੱਟ ਤੋਂ ਘੱਟ ਵਰਚੁਅਲੀ ਅਨਾਉਂਸ ਕਰ ਦੇਣ। ਹੁਣ ਗਲਤੀਆਂ ਸਰਕਾਰਾਂ ਦੀ ਹੋਣ ਤੇ ਭੁਗਤਣਾ ਪੰਜਾਬੀਆਂ ਨੂੰ ਪੈਣ, ਮੈਨੂੰ ਇਹ ਲੱਗਦਾ ਨਹੀਂ ਕਿ ਪ੍ਰਧਾਨ ਮੰਤਰੀ ਨੂੰ ਪੰਜਾਬ ਦੇ ਨਾਲ ਕੋਈ ਏਦਾਂ ਦਾ ਕੰਮ ਕਰਨਾ ਚਾਹੀਦਾ ਹੈ ਕਿ ਜਿਹੜਾ ਉਹ ਬੈਗ ਭਰ ਕੇ ਲੈ ਗਏ ਉਹ ਬੈਗ ਘੱਟ ਤੋਂ ਘੱਟ ਵਰਚੁਅਲੀ ਅਨਾਉਂਸ ਕਰ ਦੇਣ। ਪੰਜਾਬੀਆਂ ਨੂੰ ਉਹਨਾਂ ਦੇ ਨਾ ਆਉਣ ਦਾ ਗਮ ਤੇ ਰਹੇਗਾ, ਪਰ ਉਹਨਾਂ ਨੇ ਉਹ ਅਨਾਉਂਸਮੈਂਟ ਕੀਤੀ, ਭਾਵੇਂ ਉਹ ਪੰਜਾਬ ਦੇ ਵਿੱਚ ਉਹਨਾਂ ਨੂੰ ਵਾਪਸ ਜਾਣਾ ਪਿਆ, ਪਰ ਅਗਰ ਇਹ ਅਨਾਉਂਸਮੈਂਟ ਕਰਦੇ ਨੇ ਤੇ ਪ੍ਰਧਾਨ ਮੰਤਰੀ ਦਾ ਕੱਦ ਵੀ ਔਰ ਪਦ ਵੀ ਹੋਰ ਵੱਡਾ ਹੋਏਗਾ। ਇਸ ਵੇਲੇ ਸਭ ਤੋਂ ਜ਼ਿਆਦਾ ਅਹਿਮ ਚੀਜ਼ ਹੈ ਕਿ ਜੇ ਪ੍ਰਧਾਨ ਮੰਤਰੀ ਆਪਣੇ ਆਪ ਨੂੰ ਵੱਡਾ ਸਾਬਤ ਕਰਨਾ ਚਾਹੁੰਦੇ ਆ, ਇਸ ਤਰ੍ਹਾਂ ਦੀਆਂ ਘਟਨਾਵਾਂ ਦਾ ਉਹਨਾਂ ਤੇ ਕੋਈ ਅਸਰ ਨਹੀਂ ਹੁੰਦਾ, ਇਹ ਦਿਖਾਉਣਾ ਚਾਹੁੰਦੇ ਆ। ਹਾਲਾਂਕਿ ਉਹਨਾਂ ਦੇ ਰੋਸੇ ਤੋਂ ਇੰਜ ਲੱਗਦਾ ਹੈ ਕਿ ਜਿੱਦਾਂ ਉਹ ਰੁੱਸ ਜੇ ਕੇ ਗਏ ਨੇ, ਜਿਵੇਂ ਉਹਨਾਂ ਨੂੰ ਲੱਗਿਆ ਹੋਵੇ ਕਿ ਮੈਂ ਤਾਂ ਬਹੁਤ ਕੁਝ ਦੇਣ ਆਇਆ ਸੀ, ਇਹ ਲੈਣ ਵਾਲੇ ਹੀ ਲੈਣ ਜੋਗੇ ਹੀ ਨਹੀਂ ਗਏ, ਆਓ ਮੈਂ ਚੱਲਿਆ ਜੇ, ਲਓ ਚੱਲਿਆ ਜੇ। ਮੈਨੂੰ ਲੱਗਦਾ ਪ੍ਰਧਾਨ ਮੰਤਰੀ ਨੂੰ ਵੱਡਾ ਦਿਲ ਦਿਖਾਉਣਾ ਚਾਹੀਦਾ, ਔਰ ਮੈਨੂੰ ਲੱਗਦਾ ਕਿ ਪੰਜਾਬ ਸਰਕਾਰ ਨੂੰ ਇੱਕ ਵਫਦ ਦੇ ਰੂਪ ਦੇ ਵਿੱਚ ਵੀ ਇਲੈਕਸ਼ਨ ਨੂੰ ਪਾਸੇ ਰੱਖ ਦੇਣਾ ਚਾਹੀਦਾ, ਔਰ ਉਹਨਾਂ ਕੋਲ ਜਾਣਾ ਚਾਹੀਦਾ ਕਿ ਜੋ ਤੁਸੀਂ ਪੰਜਾਬ ਲਈ ਕਰਨ ਵਾਲੇ ਹੋ, ਆਓ ਇਕੱਠੇ ਤੌਰ ਤੇ ਕਰੀਏ। ਮੈਨੂੰ ਲੱਗਦਾ ਪੰਜਾਬ ਸਰਕਾਰ ਨੂੰ ਪ੍ਰਧਾਨ ਮੰਤਰੀ ਨੂੰ ਇਨਵਾਈਟ ਕਰਨਾ ਚਾਹੀਦਾ ਕਿ ਅਸੀਂ ਇੱਕ ਫੰਕਸ਼ਨ ਰੱਖਦੇ ਹਾਂ ਸਾਂਝਾ, ਸਰਬ ਸਾਂਝਾ, ਉਹਦੇ ਵਿੱਚ ਤੁਸੀਂ ਇਹ ਅਨਾਉਂਸਮੈਂਟਸ ਕਰੋ ਪੰਜਾਬ ਲਈ, ਕਿਉਂਕਿ ਜੇ ਪ੍ਰਧਾਨ ਮੰਤਰੀ ਕਰਦੇ ਤੇ ਖਾਤੇ ਤੇ ਉਹਨਾਂ ਦੇ ਚ ਪੈਣਗੇ, ਖਾਤੇ ਤਾਂ ਪ੍ਰਧਾਨ ਮੰਤਰੀ ਦੇ ਹੀ ਪੈਣਗੀਆਂ। ਜੇਕਰ ਪ੍ਰਧਾਨ ਮੰਤਰੀ ਅਨਾਉਂਸ ਕਰਦੇ, ਸਗੋਂ ਪੰਜਾਬ ਸਰਕਾਰ ਨੂੰ ਉਪਰਾਲਾ ਕਰਨਾ ਚਾਹੀਦਾ ਕਿ ਉਹ ਪ੍ਰਧਾਨ ਮੰਤਰੀ ਕੋਲੋਂ ਮੰਗ ਕਰਨ, ਬੇਨਤੀ ਕਰਨ ਕਿ ਉਹ ਇੱਥੇ ਆ ਕੇ ਜਿਹੜੀਆਂ ਅਨਾਉਂਸਮੈਂਟਸ ਨਹੀਂ ਹੋਈਆਂ ਉਹ ਅਨਾਉਂਸਮੈਂਟਸ ਉਹਨਾਂ ਤੋਂ ਕਰਵਾਈਆਂ ਜਾਣ, ਸਨਮਾਨ ਨਾਲ ਉਹਨਾਂ ਨੂੰ ਸੱਦਿਆ ਜਾਵੇ। ਇਹ ਬੜਾ ਅਹਿਮ ਮੌਕਾ ਹੈ ਕਿ ਪੰਜਾਬ ਨੂੰ ਜੇ ਲਗਭਗ ਇਹ 2 ਲੱਖ ਕਰੋੜ ਵਾਂਗ ਇੱਕ ਪੈਕੇਜ ਦੇ ਰੂਪ ਚ ਮਿਲ ਰਿਹਾ ਤੇ ਮਾੜੀ ਗੱਲ ਕੋਈ ਨਹੀਂ। ਇਹ 100% ਮੈਂ ਬਹੁਤ ਅੰਦਰ ਤੋਂ ਇਹ ਸਾਰੀਆਂ ਜਿਹੜੀਆਂ ਇਨਫੋਰਮੇਸ਼ਨਸ ਲਈਆਂ ਨੇ, ਮੈਨੂੰ ਇੰਜ ਲੱਗਦਾ ਹੈ ਕਿ ਇਹ 100। ਔਰ ਮੇਰੇ ਕੋਲ ਇੱਕ ਹੋਰ, ਅਸੀਂ ਅਗਲੇ ਐਪੀਸੋਡ ਅਗਲੇ ਸੈਗਮੈਂਟ ਚ ਕਰਾਂਗੇ, ਬੀਜੇਪੀ ਵੱਲੋਂ ਜਿਹੜਾ ਇੱਕ ਚੋਣ ਮੈਨੀਫੈਸਟੋ ਤਿਆਰ ਕੀਤਾ ਜਾ ਰਿਹਾ ਸੀ, ਉਹਦੇ ਵਿੱਚ ਪੰਜਾਬ ਨਾਲ ਜੁੜੀਆਂ ਕੁਝ ਐਸੀਆਂ ਗੱਲਾਂ ਨੇ ਜਿਨ੍ਹਾਂ ਨੂੰ ਸਿਰਫ ਅਸੀਂ ਚੋਣ ਸਟੰਟ ਵੀ ਕਹਿ ਨਕਾਰ ਸਕਦੇ ਹਾਂ, ਲੇਕਿਨ ਜੇਕਰ ਉਹਨਾਂ ਨੂੰ ਵੀ ਦੇਖਿਆ ਜਾਵੇ, ਜਿਹਦੇ ਵਿੱਚ ਇੱਕ ਅੱਧੀ ਗੱਲ ਮੈਂ ਜ਼ਰੂਰ ਦੱਸਣੀ ਚਾਹੂੰਗਾ, ਉਹ ਵੀ ਮੇਰੇ ਹੱਥ ਨਾਲ ਲੱਗਿਆ ਇਹ ਸਭ ਕਰਦਿਆਂ, ਕਿ 5 ਲੱਖ ਰੁਪਏ ਤੱਕ ਦਾ ਕਰਜ਼ਾ 5 ਏਕੜ ਵਾਲਿਆਂ ਦਾ ਇਹ ਤੁਰੰਤ ਮਾਫ ਕਰਨ ਦੀ ਗੱਲ ਉਹਦੇ ਚ ਹੋਈ ਆ, ਕਿ 5 ਏਕੜ ਵਾਲਿਆਂ ਦਾ 5 ਲੱਖ ਤੱਕ ਦਾ। ਲੇਕਿਨ ਜਿਹੜੇ ਦਲਿਤ ਨੇ, ਜਿਹੜੇ ਅਨੁਸੂਚਿਤ ਜਾਤੀਆਂ ਦੇ ਨੇ, ਰਾਖਵੇਂਕਰਨ ਚਾਹੁੰਦੇ ਆ, ਲੈਂਡਲੈਸ ਨੇ, ਉਹਨਾਂ ਦਾ ਕਰਜ਼ਾ 100% ਮਾਫ, ਕਿਸੇ ਦਾ ਕਿੰਨਾ ਵੀ। ਇਹ ਮੈਂ ਉਹਦਾ ਇੱਕ ਛੋਟਾ ਜਿਹਾ ਹਿੱਸਾ ਦੇਖਿਆ, ਜਿਹੜਾ ਨਾਲ ਹੀ ਇਹ ਕਰਦਿਆਂ ਨਾਲ ਹੀ ਮੈਨੂੰ ਕਿਹਾ ਗਿਆ ਜਦੋਂ ਮੈਂ ਨੌਕ ਕਰਿਆ, ਨਹੀਂ ਇਹ ਨਹੀਂ, ਇਹ ਉਹਦੇ ਵਿੱਚ ਹਿੱਸਾ ਨਹੀਂਗਾ, ਇਹ ਅਲੱਗ ਇੱਕ ਪੇਪਰ ਸੀਗਾ। ਮੈਂ ਇਹ ਜੋ ਦੇਖ ਰਿਹਾ, ਇਹ ਅਤਿਅਮ ਆ ਕਿ ਪੰਜਾਬ ਦੇ ਲੋਕ, ਪੰਜਾਬ ਦੇ ਭਾਜਪਾਈ, ਪੰਜਾਬ ਦੇ ਇੰਟੈਲੈਕਚੁਅਲ ਪ੍ਰਧਾਨ ਮੰਤਰੀ ਨੂੰ ਬੇਨਤੀ ਕਰਨ ਕਿ ਉਹ ਗੁੱਸੇ ਨਾ ਹੋਣ, ਨਾਰਾਜ਼ ਨਾ ਹੋਣ। ਇਸ ਖਿੱਤੇ ਨੇ ਬਹੁਤ ਕੁਝ ਇਸ ਦੇਸ਼ ਲਈ ਕੀਤਾ, ਇੱਥੋਂ ਦੇ ਲੋਕਾਂ ਨੇ ਜੰਗਾਂ ਦੇਖੀਆਂ ਨੇ, ਇੱਥੋਂ ਦੇ ਲੋਕਾਂ ਨੇ ਆਜ਼ਾਦੀ ਦੀ ਵੰਡ ਵੇਲੇ ਆਪਣੇ ਜੀ ਕਤਲ ਕਰਵਾਏ ਆ, 10 ਲੱਖ ਲੋਕ ਪੰਜਾਬੀਆਂ ਦੇ ਰੂਪ ਚ ਮਰੇ ਆ, ਔਰ ਪ੍ਰਧਾਨ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਇਹ ਵੱਡਾ ਦਿਲ ਦਿਖਾਉਣ ਔਰ ਸਾਰੀਆਂ ਅਨਾਉਂਸਮੈਂਟਸ ਤੁਰੰਤ ਕਰਨ। ਦਿੱਲੀ ਬੈਠੇ ਇੰਟੈਲੈਕਚੁਅਲਸ ਜਾਂ ਬਾਕੀ ਲੋਕ ਇਹਦੇ ਲਈ ਐਫਰਟਸ ਕਰਨ। ਜੀ ਭਾਸਕਰ ਸਾਹਿਬ, ਜਾਂਦੇ ਜਾਂਦੇ ਕੁਝ ਕਹਿ ਦਿਓ, ਲੰਬਾ ਸਮਾਂ ਹੋ ਗਿਆ। ਦੇਖੋ ਮੈਡਮ ਰਾਵਾ ਜੀ, ਸਾਡੇ ਪੰਜਾਬੀਆਂ ਨਾਲ ਤੇ ਉਹ ਹੋਇਆ ਕਿ ਜਿੱਦਾਂ ਬਾਪੂ ਬੜੇ ਟਾਈਮ ਬਾਅਦ ਥੈਲਾ ਭਰ ਕੇ ਘਰ ਆਇਆ ਸੀਗਾ, ਮਾਤਾ ਨੇ ਦਰਵਾਜ਼ਾ ਹੀ ਨਹੀਂ ਖੋਲਿਆ ਔਰ ਆਪਾਂ ਭੁੱਖੇ ਦੇ ਭੁੱਖੇ ਰਹਿ ਗਏ। ਮੈਨੂੰ ਲੱਗਦਾ ਹੈ ਕਿ ਬਈ ਹੁਣ ਬਾਪੂ ਨੂੰ ਦੁਬਾਰਾ ਆਉਣਾ ਚਾਹੀਦਾ ਤੇ ਜਿਹੜਾ ਬੱਚਿਆਂ ਨਾਲ ਅਨਿਆਏ ਨਹੀਂ ਕਰਨਾ ਚਾਹੀਦਾ, ਪੰਜਾਬੀਆਂ ਨਾਲ ਅਨਿਆਏ ਨਹੀਂ ਕਰਨਾ ਚਾਹੀਦਾ। ਔਰ ਜਿਹੜਾ ਥੈਲਾ ਭਰ ਕੇ ਲੈ ਕੇ ਗਏ ਨੇ ਨਾ ਵਾਪਸ, ਘੱਟ ਤੋਂ ਘੱਟ ਉਹ ਥੈਲਾ ਵਾਪਸ ਸਾਨੂੰ ਜ਼ਰੂਰ ਕਰਨਾ। ਉਹ ਬਾਪੂ ਹੀ ਕਹਦਾ ਜਿਹੜਾ ਰੁੱਸ ਕੇ ਵਾਪਸ ਨਾ ਆਵੇ, ਤੇ ਉਹ ਮਾਤਾ ਹੀ ਕਿਹੜੀ ਜਿਹੜੀ ਇੱਕ ਵਾਰੀ ਗਲਤੀ ਨਾਲ ਦਰਵਾਜ਼ਾ ਨਹੀਂ ਖੁੱਲਿਆ ਤੇ ਦੂਜੀ ਵਾਰੀ ਖੋਲੇ ਨਾ।
ਇਹ ਬੇਬੇ ਬਾਪੂ ਨੂੰ ਆਪਸੀ ਸਹਿਮਤੀ ਬਣਾ ਲੈਣੀ ਚਾਹੀਦੀ ਆ, ਤਾਂ ਕਿ ਨਿਆਣਿਆਂ ਦੇ ਮੂੰਹ 'ਚ ਵੀ ਕੁਝ ਪੈਂਦਾ ਰਵੇ। ਹਾਂ, ਸਾਡੀ ਅਣਖ ਤਗੜੀ ਆ, ਸਾਡਾ ਇਤਿਹਾਸ ਤਗੜਾ ਹੈ, ਇਹਦੀ ਰੱਟ ਲਾਈ ਚੱਲੀਏ। ਮੈਨੂੰ ਲੱਗਦਾ ਕਿਤੇ ਕਿਤੇ ਮੇਰੀ ਆਲੋਚਨਾ ਦੱਬ ਕੇ ਕਰੋਗੇ, ਭਾਸਕਰ ਸਾਹਿਬ ਨੂੰ ਵੀ ਗਾਲਾਂ ਗੂਲਾਂ ਕੱਢ ਲਓ, ਫਰਕ ਕੋਈ ਨਹੀਂ ਪੈਂਦਾ। ਪਰ ਪੰਜਾਬੀਓ, ਜੀਣ ਜੋਗੇ ਹੋਵਾਂਗੇ ਤੇ ਗਾਲਾਂ ਕੱਢਦੇ ਰਵਾਂਗੇ। ਨਿਆਣੇ ਕੈਨੇਡਾ ਅਮਰੀਕਾ 'ਚ ਭੇਜ ਕੇ ਜਾਂ ਆਸਟ੍ਰੇਲੀਆ 'ਚ ਭੇਜ ਕੇ ਇੱਥੇ ਐਵੇਂ ਹੱਥ ਛਾਣ ਕੇ ਬੈਠੇ ਆ। ਵੇਖਣ ਵਾਲੀ ਗੱਲ ਆ ਕਿ ਇਸ ਖਿੱਤੇ ਨੂੰ ਕੈਨੇਡਾ ਅਮਰੀਕਾ ਬਣਾਇਆ ਜਾ ਸਕਦਾ ਕਿ ਨਹੀਂ। ਹਰਿਆਲੀ ਬੜੀ ਸੋਹਣੀ ਆ, ਮੌਸਮ ਬੜੇ ਸੋਹਣੇ ਆ, ਅਸੀਂ ਸਾਡੀਆਂ ਚਰਾਂਦਾਂ ਹਰੀਆਂ ਭਰੀਆਂ ਨੇ ਯਾਰ, ਅਸੀਂ ਬਾਹਰ ਲੱਭਦੇ ਫਿਰਦੇ ਆ। ਮਿਹਰਬਾਨੀ। ਧੰਨਵਾਦ ਜੀ।